ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਨਿੱਘਾ ਸਵਾਗਤ ਹੈ। ਡਿਠੇ ਸਭੇ ਥਾਂ ਨਹੀਂ ਤੁਧ ਜਿਹਿਆ। ਸ੍ਰੀ ਹਰਿਮੰਦਰ ਸਾਹਿਬ ਜੀ ਜਿਹਦੀ ਦਰਸ਼ਨ ਇਸ਼ਨਾਨਾਂ ਨੂੰ ਹਰ ਇੱਕ ਸਿੱਖ ਸੰਸਾਰ ਭਰ ਦੇ ਵਿੱਚ ਜਿੱਥੇ ਕਿੱਥੇ ਵੀ ਬੈਠਾ ਹੈ ਲੋਚਦਾ ਰਹਿੰਦਾ ਹੈ, ਅਰਦਾਸਾਂ ਕਰਦਾ ਰਹਿੰਦਾ ਹੈ, ਨਿੱਤ ਦੀ ਅਰਦਾਸ ਕਰਦਾ ਹੈ, ਸਤਿਗੁਰੂ ਸਾਨੂੰ ਆਪਣੇ ਦਰਬਾਰ ਦੇ ਦਰਸ਼ਨ ਇਸ਼ਨਾਨ ਜ਼ਰੂਰ ਬਖਸ਼ੋ। ਤੇ ਉਹ ਪਾਵਨ ਪਵਿੱਤਰ ਅਸਥਾਨ ਜੋ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਸ ਦੇ ਨੀਂਹ ਪੱਥਰ ਸਥਾਪਨਾ ਦਿਵਸ ਦੇ ਉੱਤੇ ਅਸੀਂ ਪਿਛਲੇ ਕਈ ਐਪੀਸੋਡ ਕਰ ਚੁੱਕੇ ਹਾਂ, ਜਿਹਦੀ ਪ੍ਰੇਰਣਾ ਸਾਨੂੰ ਦਿੱਤੀ ਸਾਈਂ ਮੀਆਂ ਮੀਰ ਜੀ ਦੀ ਗੱਦੀ ਨਸ਼ੀਨ ਸਾਈਂ ਰਜ਼ਾ ਅਲੀ ਕਾਦਰੀ ਜੀ ਨੇ। ਸਾਈਂ ਮੀਆਂ ਮੀਰ ਜੀ ਉਹ ਸ਼ਖਸ ਸਨ ਜਿਨ੍ਹਾਂ ਦੀ ਦੋਸਤੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਆਖਰੀ ਸਾਹਾਂ ਤੱਕ ਰਹੀ। ਉਹਨਾਂ ਦਾ ਜੋ ਅਸਥਾਨ ਜਦੋਂ ਉਹਨਾਂ ਨੇ ਸਵਾਸ ਛੱਡੇ, ਸੱਚਖੰਡ ਪਿਆਨਾ ਕੀਤਾ, ਲਾਹੌਰ ਵਿਖੇ ਜੋ ਅੱਜ ਦੀ ਤਾਰੀਖ ਦੇ ਵਿੱਚ ਅਸੀਂ ਦੇਖਦੇ ਹਾਂ, ਉਹ ਵੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਬਣਵਾਇਆ। ਇਹ ਅਦੁੱਤੀ ਮਿਸਾਲ ਹੈ ਸੰਸਾਰ ਦੇ ਵਿੱਚ ਇੱਕੋ ਇੱਕ ਜੋ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਉਹਦਾ ਨੀਂਹ ਪੱਥਰ ਇੱਕ ਦੂਸਰੇ ਧਰਮ ਦੇ ਮੁਸਲਿਮ ਫਕੀਰ ਦੇ ਹੱਥੋਂ ਗੁਰੂ ਅਰਜਨ ਸਾਹਿਬ ਜੀ ਨੇ ਰਖਵਾਇਆ ਅਤੇ ਸੰਸਾਰ ਭਰ ਦੇ ਵਿੱਚ ਮਨੁੱਖੀ ਏਕਤਾ, ਸਰਬ ਸਾਂਝੀਵਾਲਤਾ, ਆਪਸੀ ਪਿਆਰ ਦਾ ਸੰਦੇਸ਼ ਦਿੱਤਾ। ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਸੰਸਾਰ ਭਰ ਤੋਂ ਚਾਰਾਂ ਦਿਸ਼ਾਵਾਂ ਤੋਂ ਹੋਕਾ ਦਿੰਦਾ ਹੈ, ਬਿਨਾਂ ਕਿਸੇ ਭੇਦਭਾਵ ਤੋਂ ਆਓ ਤੁਸੀਂ ਪਰਮਾਤਮਾ ਦੇ ਪਿਆਰ ਦੇ ਪਾਤਰ ਬਣ ਸਕਦੇ ਹੋ, ਉਸ ਨੂੰ ਮਿਲ ਸਕਦੇ ਹੋ, ਉਹਦੀ ਖੁਸ਼ੀ ਲੈ ਸਕਦੇ ਹੋ। ਪਰ ਰਸਤਾ ਕਿਹੜਾ ਹੈ? ਪਿਆਰ ਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਹੜਾ ਹੈ ਪ੍ਰੇਮ ਦਾ ਰਸਤਾ ਹੈ, ਪ੍ਰੇਮ ਦਾ ਸਤਿਗੁਰ ਨੇ ਦੱਸਿਆ, ਭਾਵ ਭਗਤੀ ਦਾ ਰਸਤਾ ਹੈ। ਇਹ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਤੱਖ ਦਿਖਦੀ ਹੈ ਕਿ ਸਾਰੀਆਂ ਦਿਸ਼ਾਵਾਂ ਤੋਂ ਤੁਸੀਂ ਆਓ, ਪਰ ਰਸਤਾ ਪਰਮਾਤਮਾ ਨੂੰ ਮਿਲਣ ਦਾ ਹੈ, ਉਹ ਪ੍ਰੇਮ ਦਾ ਹੈ। ਉਸੇ ਗੱਲਬਾਤ ਨੂੰ ਅੱਗੇ ਵਧਾਉਂਦਿਆਂ ਪਿਛਲੇ ਦਿਨੀ ਜੋ ਅਸੀਂ ਲਹਿਰ ਚਲਾਈ ਸੀ, ਜੋ ਬੇਨਤੀ ਸਮੁੱਚੇ ਨਾਨਕ ਨਾਮ ਲੇਵਾ ਨੂੰ ਦਿੱਤੀ ਸੀ ਕਿ ਅਸੀਂ ਜੋ ਆਪਣਾ ਇਤਿਹਾਸ ਭੁੱਲ ਰਹੇ ਹਾਂ, ਜੋ ਆਪਣੀ ਵਿਰਾਸਤ ਭੁੱਲ ਰਹੇ ਹਾਂ, ਜੋ ਆਪਣੇ ਕੇਂਦਰੀ ਅਸਥਾਨ ਦਾ ਨੀਂਹ ਪੱਥਰ ਸਥਾਪਨਾ ਦਿਵਸ ਅਸੀਂ ਉਹਦਾ ਜਸ਼ਨ ਮਨਾਉਣਾ ਭੁੱਲ ਗਏ ਹਾਂ, ਆਪਣੀ ਸਾਂਝ ਨੂੰ ਦਰਸਾਉਣਾ ਭੁੱਲ ਗਏ ਹਾਂ। ਆਓ ਰਲ ਮਿਲ ਕੇ ਫਿਰ ਤੋਂ ਇਕੱਠਿਆਂ ਹੋਈਏ, ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਕੇ, ਭਾਵੇਂ ਉਹ ਕਿਸੇ ਜਾਤ ਧਰਮ ਦਾ ਹੈ, ਰਲ ਮਿਲ ਕੇ ਆਪਣੇ ਕੇਂਦਰੀ ਅਸਥਾਨ ਦਾ ਫਾਊਂਡੇਸ਼ਨ ਡੇ ਹੈ ਜੋ ਉਹ ਅਸੀਂ ਜ਼ਰੂਰ ਮਨਾਈਏ। ਤੇ ਉਸ ਸਾਡੀ ਬੇਨਤੀ ਨੂੰ ਸਾਡੇ ਦਰਸ਼ਕਾਂ ਨੇ ਜਿੱਥੇ ਕਿੱਥੇ ਵੀ ਸੰਸਾਰ ਭਰ ਦੇ ਵਿੱਚ ਸੁਣਿਆ, ਤੇ ਸਾਡੇ ਨਾਲ ਜਿਨ੍ਹਾਂ ਨੇ ਇਹ ਬੇਨਤੀ ਕੀਤੀ, ਸਾਈ ਅਲੀ ਰਜ਼ਾ ਕਾਦਰੀ ਜੀ ਨੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੰਡੀਆ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਦੇ ਨੁਮਾਇੰਦੇ ਸਾਡੇ ਨਾਲ ਜੁੜੇ, ਉਹਨਾਂ ਨੇ ਇਸ ਦਿਵਸ ਨੂੰ ਬੜੇ ਸ਼ਰਧਾ ਭਾਵਨਾ, ਸਤਿਕਾਰ ਤੇ ਆਪਣੀ ਸਾਂਝ ਦੇ ਰੂਪ ਦੇ ਵਿੱਚ ਮਨਾਇਆ। ਅੱਜ ਉਸ ਪ੍ਰੋਗਰਾਮ ਤੋਂ ਬਾਅਦ ਅਸੀਂ ਫਿਰ ਤੋਂ ਇਕੱਠੇ ਹੋ ਰਹੇ ਹਾਂ। ਸਾਡੇ ਨਾਲ ਹਨ ਪਾਕਿਸਤਾਨ ਤੋਂ ਸਰਦਾਰ ਰਮੇਸ਼ ਸਿੰਘ ਅਰੋੜਾ ਜੀ, ਜੋ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ, ਉੱਥੋਂ ਦੇ MPP ਨੇ, ਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ, ਅਮਰੀਕਨ ਕਾਕਸ ਨਾਲ ਜੁੜੇ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ, ਅਤੇ ਜਿਨ੍ਹਾਂ ਨੇ ਇਸ ਲਹਿਰ ਨੂੰ ਚਲਾਇਆ, ਸ਼ੁਰੂਆਤ ਕੀਤੀ, ਲੋਕਾਂ ਵਿੱਚ ਅਵੇਕਨਿੰਗ ਕੀਤੀ ਕਿ ਆਓ ਸਾਰੇ ਅਸੀਂ ਦੁਬਾਰਾ ਇਕੱਠੇ ਹੋਈਏ, ਆਪਣੀ ਹੈਰੀਟੇਜ ਨੂੰ ਸੰਭਾਲੀਏ, ਆਪਣੀ ਵਿਰਾਸਤ ਨੂੰ ਸੰਭਾਲੀਏ। ਹਜ਼ਰਤ ਸਾਈਂ ਮੀਆਂ ਮੀਰ ਸਾਹਿਬ ਦੇ ਗੱਦੀ ਨਸ਼ੀਨ ਸਾਈਂ ਅਲੀ ਰਜ਼ਾ ਕਾਦਰੀ ਜੀ, ਇਹ ਸਾਰੇ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਸਕਰੀਨ ਦੇ ਉੱਤੇ। ਸਭ ਦਾ ਇੱਕ ਵਾਰ ਨਿੱਘਾ ਸਵਾਗਤ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸਾਈਂ ਜੀ, ਤੁਹਾਡੇ ਵੱਲੋਂ ਲਾਇਆ ਬੂਟਾ, ਤੁਹਾਡੇ ਵੱਲੋਂ ਦਿੱਤੀ ਪ੍ਰੇਰਣਾ
ਅੱਜ ਰੰਗ ਲਿਆਈ ਹੈ। ਸੰਸਾਰ ਭਰ ਦੇ ਸਿੱਖਾਂ ਨੇ ਗੁਰੂ ਨਾਨਕ ਨਾਮ ਲੇਵਾ ਨੇ ਅਤੇ ਹਰਪ੍ਰੀਤ ਸਿੰਘ ਜੀ ਸੰਧੂ, ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਵਰਗੇ ਗੁਰਮੁਖ ਪਿਆਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੋਕਾ ਅਸੀਂ ਦਿੱਤਾ ਸੀ, ਉਹਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਸਾਡੇ ਦਰਸ਼ਕ ਸਕਰੀਨ ਤੇ ਵੀ ਦੇਖ ਪਾਉਣਗੇ। ਤੇ ਮੈਂ ਚਾਹਾਂਗਾ ਅੱਜ ਦੇ ਪ੍ਰੋਗਰਾਮ ਦੀ ਆਗਾਜ਼ ਆਪ ਜੀ ਕਰੋ। ਆਪ ਜੀ ਦਰਸ਼ਕਾਂ ਨੂੰ ਦੱਸੋ ਕਿ ਇਹ ਜੋ ਦਿਵਸ ਜੋ ਅਸੀਂ ਸ਼ੁਰੂਆਤ ਕੀਤੀ ਸੀ ਉਹ ਕਿਵੇਂ ਮਨਾਇਆ ਗਿਆ ਤੇ ਅੱਗੋਂ ਕੀ ਕੁਝ ਕਰਨ ਦੀ ਲੋੜ ਹੈ। ਜੀ, ਸਭ ਤੋਂ ਪਹਿਲੇ ਤੇ ਦਰਬਾਰ ਸਾਹਿਬ ਮੀਆਂ ਮੀਰ ਸਾਹਿਬ ਵੱਲੋਂ ਸਾਈਂ ਜੀ ਦੀ ਕੁਲ ਦੇ ਵਾਰਿਸ ਸਾਈਂ ਦੀ ਗੱਦੀ ਨਸ਼ੀਨ ਸਾਈਂ ਅਲੀ ਰਜ਼ਾ ਦਾ ਸਲਾਮ ਕਬੂਲ ਹੋਏ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਆਪ ਜੀ ਨੇ ਫਰਮਾਇਆ ਕਿ ਮੈਂ ਕੋਸ਼ਿਸ਼ਾਂ ਕੀਤੀਆਂ, ਇਹ ਸਾਰੇ ਮਾਮਲਾਤ ਕੀਤੇ, ਹਜ਼ੂਰ ਇਸ ਪਿਆਰ ਮੁਹੱਬਤ ਤੇ ਇਸ ਚਾਹਤ ਨੂੰ ਵਧਾਉਣ ਵਾਸਤੇ ਜਿਹੜੀ ਸਭ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਗੁਰੂ ਰਾਮਦਾਸ ਜੀ ਮਹਾਰਾਜ ਨੇ ਖੁਦ ਫਰਮਾਈਆਂ ਸਨ। ਸਾਰੀਆਂ ਕੋਸ਼ਿਸ਼ਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਈਆਂ ਸਨ, ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਫਰਮਾਈਆਂ ਸਨ। ਮੈਂ ਤੇ ਫਕੀਰ ਜਦੋਂ ਦਾ ਗੱਦੀ ਦੀ ਸੇਵਾ ਮੈਨੂੰ ਮਿਲੀ, ਸਾਈਂ ਜੀ ਦੇ ਨਾਮ ਦੀ ਸੇਵਾ ਮੈਨੂੰ ਮਿਲੀ, ਮੈਂ ਤੇ ਹਮੇਸ਼ਾ ਹੀ ਪੰਥ ਦੇ ਨਾਲ, ਪੰਥ ਨੂੰ ਸਾਈਂ ਜੀ ਦੇ ਦਰਬਾਰ ਤੋਂ ਆਵਾਜ਼ਾਂ ਦਿੰਦਾ ਰਿਹਾ, ਸਦਾਵਾਂ ਦਿੰਦਾ ਰਿਹਾ, ਹਰ ਇੱਕ ਮਾਮਲਾ ਕਰਦਾ ਰਿਹਾ। ਮਗਰ ਉਹਦੇ ਨਾਲ ਨਾਲ ਹੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਦਾ, ਔਰ ਉਹਦੇ ਨਾਲ ਨਾਲ ਹੀ ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਸਾਹਿਬ ਦਾ, ਜਿਨ੍ਹਾਂ ਨੇ ਫਕੀਰ ਦੀ ਇਸ ਆਵਾਜ਼ ਨੂੰ ਪੂਰੀ ਦੁਨੀਆ ਤੇ ਪਹੁੰਚਾਇਆ। ਰੱਬ ਆਪ ਦੇ ਇਸ ਚੈਨਲ ਨੂੰ अपनी बारगाह से कबूल फरमाए और बहुत बहुत सोने मामलात हों जी। मैं एक दुख भरी शाम से बैठा, ਜਦੋਂ ਮੈਂ ਪੂਰੀ ਦੁਨੀਆ ਨੂੰ ਹੋਕਾ ਲਗਾ ਚੁੱਕਿਆ, ਸਾਰੇ ਮਾਮਲਾਤ ਕਰ ਚੁੱਕਿਆ, ਔਰ ਮਾਗ ਆਨ ਨੂੰ ਸੀ ਤੇ ਇੱਕ ਦੁੱਖ ਭਰੀ ਤੇ ਦਰਦਾਂ ਨਾਲ ਗੁਜ਼ਰਦੀ ਰਾਤ ਨੂੰ ਮੈਂ ਬਹੁਤ ਹੀ ਟੁੱਟੇ ਦਿਲ ਦੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ ਨੂੰ ਫੋਨ ਕੀਤਾ, ਜਿਹੜੇ ਕਿ ਫਕੀਰ ਕੋਲ ਦਰਬਾਰ ਸਾਈਂ ਮੀਆਂ ਮੀਰ ਸਾਹਿਬ ਆਂਦੇ ਰਹਿੰਦੇ ਨੇ। ਮੈਂ ਉਹਨਾਂ ਨੂੰ ਦੱਸਿਆ ਕਿ ਇੰਨਾ ਵੱਡਾ ਇਤਿਹਾਸ, ਇੰਨਾ ਵੱਡੇ ਮਾਮਲਾਤ, ਪਹਿਲਾ ਸਾਲ ਜਾ ਰਿਹਾ ਹੈ ਜਿਹਦੇ ਅੰਦਰ ਕਰੋਨਾ ਦੀ ਮਹਾਮਾਰੀ ਦੇ ਕਰਕੇ ਅਸੀਂ ਕੁਝ ਵੀ ਨਹੀਂ ਕਰ ਪਾ ਰਹੇ। ਸੰਧੂ ਸਾਹਿਬ ਕੁਝ ਕਰੋ, ਇਹਨਾਂ ਮਾਮਲਾਤ ਨੂੰ ਅੱਗੇ ਲੈ ਕੇ ਟੁਰੋ। ਉਹਨਾਂ ਨੇ ਕਿਹਾ, ਸਾਈਂ ਜੀ ਮੈਨੂੰ ਸਾਈਂ ਜੀ ਦੇ ਦਰਬਾਰੋਂ ਆਵਾਜ਼ ਆ ਗਈ ਹੈ, ਤੁਹਾਡੀ ਇਸ ਗੱਲ ਨੂੰ ਮੈਂ ਹੁਕਮ ਦਾ ਦਰਜਾ ਲੈਂਦਾ ਹਾਂ ਔਰ ਤੁਹਾਡੇ ਹੁਕਮ ਦੇ ਮੁਤਾਬਿਕ ਚੱਲਿਆ ਜਾਏਗਾ। ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਰਜ਼ੀ ਹੋਏਗੀ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਰਜ਼ੀ ਹੋਏਗੀ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਮਰਜ਼ੀ ਹੋਏਗੀ, ਜਿਸ ਤਰ੍ਹਾਂ ਉਹਨਾਂ ਦੇ ਮਿੱਤਰ ਸਾਈਂ ਮੀਆਂ ਮੀਰ ਜੀ ਦੀ ਮਰਜ਼ੀ ਹੋਏਗੀ, ਉਸੇ ਤਰ੍ਹਾਂ ਹੀ ਆਪ ਦੇ ਹੁਕਮ ਅਨੁਸਾਰ ਮੈਂ ਇਹਨਾਂ ਮਾਮਲਾ ਤੋਂ ਲੈ ਕੇ ਚੱਲਾਂਗਾ। ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਸਾਹਿਬ ਨੇ ਮੇਰੀ ਜਿਹੜੀ ਸੀ ਗੱਲ ਕੀਤੀ ਡਾਕਟਰ ਪ੍ਰਿਤਪਾਲ ਸਿੰਘ ਜੀ ਦੇ ਨਾਲ, ਫਿਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਇਨਵੋਲਵ ਹੋਈ, ਸਾਰੇ ਮਾਮਲਾਤ ਹੋਏ, ਔਰ ਇਸੇ ਤਰ੍ਹਾਂ ਹੀ ਫਕੀਰ ਨੇ ਬੇਨਤੀ ਕੀਤੀ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਨੂੰ। ਅਰੋੜਾ ਸਾਹਿਬ ਇੱਕ ਬਹੁਤ ਹੀ ਬੁੱਧੀਮਾਨ ਜੀਵ ਨੇ, ਉਹਨਾਂ ਨੇ ਵੀ ਫਕੀਰ ਦੀ ਆਵਾਜ਼ ਸੇ ਹਾਜ਼ਰੀ ਦਿੱਤੀ ਔਰ ਪਹਿਲੀ ਮਾਘ ਨੂੰ ਬਹੁਤ ਸੋਹਣੇ ਅੰਦਾਜ਼ ਨਾਲ ਦਰਬਾਰ ਸਾਈਂ ਮੀਆਂ ਮੀਰ ਸਾਹਿਬ ਤੇ ਇੱਕ ਮੇਲੇ ਦੀ ਰੌਣਕ ਬਣ ਗਈ। ਪੰਥਾਂ ਨਨਕਾਣੇ ਸਾਹਿਬ ਤੋਂ ਤਸ਼ਰੀਫ ਲਿਆਈਆਂ, ਪਸ਼ਾਵਰ ਤੋਂ ਤਸ਼ਰੀਫ ਲਿਆਈਆਂ, ਹੋਰ ਲੋਕਲੀ ਜਿੰਨੀ ਸੰਗਤ ਸੀ ਸਾਰੇ ਆਏ ਔਰ ਦਰਬਾਰ ਸ਼ਰੀਫ 'ਚ ਜਿਹੜੇ ਇੰਤਜ਼ਾਮਾਤ ਕੀਤੇ ਗਏ ਸਨ ਉਹਦੇ ਮੁਤਾबिक ਗੱਤਕਾ ਟੀਮਾਂ ਆਈਆਂ, ਗੱਤਕਾ ਖੇਡਦੇ ਖੇਡਦੇ ਦਰਬਾਰ ਸ਼ਰੀਫ ਦੇ ਚੱਕਰ ਕੱਟੇ ਗਏ, ਸੋਹਣੇ ਮਾਮਲਾਤ ਹੋਏ ਔਰ ਸਮੂਹ ਪੰਥ ਦੀ ਨੁਮਾਇੰਦਗੀ ਕਰਦੇ ਹੋਏ ਗੁਰਮੁਖ ਪਿਆਰੇ ਸਾਜੇ ਨਵਾਜ਼ੇ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਤਸ਼ਰੀਫ ਲਿਆਏ। ਉਹਨਾਂ ਦੇ ਨਾਲ ਨਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਸਰਦਾਰ ਅਮੀਰ ਸਿੰਘ ਜੀ ਤਸ਼ਰੀਫ ਲਿਆਏ, ਸਾਬਕਾ ਪ੍ਰਧਾਨ ਸਰਦਾਰ ਬਿਸ਼ਨ ਸਿੰਘ ਜੀ ਤਸ਼ਰੀਫ ਲਿਆਏ, ਹੋਰ ਗਿਆਨੀ ਸਾਹਿਬਾਨ ਆਏ, ਜਿਨ੍ਹਾਂ ਨੇ ਪੂਰੇ ਦਰਬਾਰ ਦਾ ਚੱਕਰ ਵੀ ਲਗਾਉਂਦੇ ਰਹੇ, ਗੱਤਕਾ ਵੀ ਹੁੰਦਾ ਰਿਹਾ ਉੱਥੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਜੀ, ਧੰਨ ਹੈ
ਦੇ ਕੀਰਤਨ ਹੁੰਦੇ ਰਹੇ, ਧੰਨ ਹੈ ਧੰਨ ਹੈ ਧੰਨ ਹੈ ਸਾਈਂ ਮੀਆਂ ਮੀਰ ਜੀ, ਧੰਨ ਹੈ। ਸੋ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਦੇ ਸਰੂਪ ਦੇ ਅੰਦਰ ਪੂਰੀ ਪੰਥ ਨੇ ਹਾਜ਼ਰੀਆਂ ਦਿੱਤੀਆਂ। ਮੈਂ ਆਪਣੇ ਮਨੋਂ ਸਭ ਤੋਂ ਪਹਿਲੇ ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਸਾਹਿਬ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ। ਉਹਦੇ ਨਾਲ ਹੀ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ। ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਈਂ ਜੀ ਦੇ ਦਰਬਾਰ ਆ ਕੇ ਸਾਈਂ ਜੀ ਦੀ ਉਹ ਇੰਤਜ਼ਾਰ, ਉਹ ਪਿਆਰ, ਉਹਨੂੰ ਉਹਨੂੰ ਇੱਕ ਸਰੂਪ ਦਿੱਤਾ, ਇੱਕ ਰੂਪ ਦਿੱਤਾ ਤੇ ਸਾਰੀ ਪੰਥ ਆਈ। ਬਹੁਤ ਬਾਗੋ ਬਾਗ ਹੋਇਆ ਦਿਲ। ਉਮੀਦ ਹੈ ਅਗਲੇ ਸਾਲ ਇਸ ਤੋਂ ਵੀ ਵੱਡੇ ਪੈਮਾਨੇ 'ਚ, ਵੱਡੀ ਪੱਧਰ 'ਚ ਇਹਨੂੰ ਕਰਾਂਗੇ ਔਰ ਸਾਈਂ ਜੀ ਦੇ ਦਰਬਾਰ ਇਹ ਮੇਲਾ ਗੱਜ ਵੱਜ ਕੇ ਹੋਏਗਾ। ਪੂਰੀ ਦੁਨੀਆ ਤੋਂ ਫਿਜ਼ੀਕਲੀ ਸੰਗਤਾਂ ਆਉਣਗੀਆਂ ਔਰ ਸੋਹਣੇ ਦਰਬਾਰ ਸਜਣਗੇ। ਬਹੁਤ ਸੋਹਣਾ ਸਾਈਂ ਜੀ, ਬੜੇ ਪਿਆਰ ਨਾਲ ਤੁਸੀਂ ਦੱਸਿਆ। ਮੈਂ ਇੱਥੇ ਦਰਸ਼ਕਾਂ ਨੂੰ ਦੱਸਾਂਗਾ ਵੀ ਸਕਰੀਨ ਤੇ ਜਿਵੇਂ ਜਿਵੇਂ ਸਾਈਂ ਜੀ ਸਾਰਾ ਨਜ਼ਾਰਾ ਦੱਸ ਰਹੇ ਸੀ, ਉਹਦੀਆਂ ਫੋਟੋਗ੍ਰਾਫਸ ਵੀ ਸਕਰੀਨ ਤੇ ਚੱਲ ਰਹੀਆਂ ਹਨ। ਪ੍ਰੋਡਕਸ਼ਨ ਟੀਮ ਨੂੰ ਕਹਾਂਗਾ ਵੀ ਜਿਵੇਂ ਹੀ ਹੋਰ ਵੀ ਗੱਲਾਂ ਨਾਲ ਨਾਲ ਚੱਲਦੀਆਂ ਨੇ, ਵਿੱਚ ਵਿੱਚ ਫੁੱਲ ਸਕਰੀਨ ਵੀ ਇਹ ਫੋਟੋਗ੍ਰਾਫਸ ਦੱਸੋ, ਦਿਖਾਓ। ਤੇ ਮੈਂ ਹੁਣ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਕੋਲ ਆ ਰਹੇ ਹਾਂ। ਅਰੋੜਾ ਸਾਹਿਬ, ਤੁਸੀਂ ਪ੍ਰਤੱਖ ਦਰਸ਼ੀ ਰਹੇ ਹੋ ਜਿਹੜੇ ਸਮਾਗਮ ਸਾਈਂ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਸਥਾਪਨਾ ਦਿਵਸ ਤੇ ਸਾਈਂ ਮੀਆਂ ਮੀਰ ਜੀ ਦੇ ਅਸਥਾਨ ਤੇ ਕਰਵਾਏ ਗਏ। ਜਿਵੇਂ ਸਾਈਂ ਜੀ ਨੇ ਦੱਸਿਆ, ਗੱਤਕਾ ਟੀਮਾਂ ਆਈਆਂ, ਪੂਰੇ ਸਿੱਖ ਪੰਥ ਜੋ ਉੱਥੇ ਪਾਕਿਸਤਾਨ ਦੇ ਵਿੱਚ ਹਾਜ਼ਰ ਹਨ, ਬੱਚੇ ਬਜ਼ੁਰਗ ਸਾਰੇ ਆਏ। ਤੇ ਆਪ ਜੀ ਪ੍ਰਤੱਖ ਦਰਸ਼ੀ ਵੀ ਹੋ ਤੇ ਆਪ ਜੀ ਨੇ ਨਾਲ ਸਹਿਯੋਗ ਵੀ ਦਿੱਤਾ ਹੈ। ਆਪ ਜੀ ਦਾ ਕੀ ਕਹਿਣਾ ਜੀ ਇਸ ਬਾਰੇ? ਧੰਨਵਾਦ ਜੀ। ਸਭ ਤੋਂ ਪਹਿਲੇ ਤੁਹਾਡਾ ਔਰ ਤੁਹਾਡੇ ਚੈਨਲ ਦਾ ਅਤੀਤ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਕੱਲ ਪਾਕਿਸਤਾਨ ਵਿਖੇ ਅਸੀਂ ਜੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ, ਉਸ ਨੂੰ ਦੁਨੀਆ ਭਰ ਨੂੰ ਦਿਖਾ ਰਹੇ ਹੋ, ਦੱਸ ਰਹੇ ਹੋ ਔਰ ਦੱਸ ਰਹੇ ਹੋ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਆਲੀਸ਼ਾਨ ਤਰੀਕੇ ਦੇ ਨਾਲ ਕੱਲ ਦਾ ਸਮਾਗਮ ਅਸੀਂ ਸੈਲੀਬ੍ਰੇਟ ਕੀਤਾ। ਇਸ ਦੇ ਨਾਲ ਨਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਪਾਇਆ। ਤੇ ਸਾਈਂ ਅਲੀ ਰਜ਼ਾ ਕਾਦਰੀ ਸਾਹਿਬ ਤੇ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ ਔਰ ਇਹ ਹਮੇਸ਼ਾ ਜੋੜਨ ਦੀ ਗੱਲ ਕਰਦੇ, ਤੋੜਨ ਦੀ ਗੱਲ ਨਹੀਂ ਕਰਦੇ, ਇਹ ਜੋੜਨ ਦੀ ਗੱਲ ਕਰਦੇ ਨੇ। ਔਰ ਜਿਸ ਤਰੀਕੇ ਨਾਲ ਕੱਲ ਅਸੀਂ ਜਿਸ ਟਾਈਮ ਜਥਾ ਸਾਡਾ ਡੇਰਾ ਸਾਹਿਬ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਅਸੀਂ ਚਾਲੇ ਪਾਏ ਔਰ ਅਸੀਂ ਜਿਸ ਟਾਈਮ ਹਜ਼ਰਤ ਮੀਆਂ ਮੀਰ ਸਾਹਿਬ ਦੇ ਦਰਬਾਰ ਤੇ ਪਹੁੰਚੇ ਔਰ ਜਿਸ ਤਰੀਕੇ ਨਾਲ ਨਿੱਘਾ ਸਵਾਗਤ ਕੀਤਾ ਗਿਆ ਸਾਈਂ ਅਲੀ ਰਜ਼ਾ ਕਾਦਰੀ ਸਾਹਿਬ ਤੇ ਇਹਨਾਂ ਦੇ ਬਾਕੀ ਜਿਹੜੇ ਸਾਰੇ ਸਾਥੀ ਸਨ, ਉਹ ਇੱਕ ਐਸਾ ਰੂਹ ਪਰਵਰ ਮੰਜ਼ਰ ਸੀ ਮੈਂ ਜਿਸ ਨੂੰ ਬਿਆਨ ਨਹੀਂ ਕਰ ਸਕਦਾ। ਜਿਸ ਤਰ੍ਹਾਂ ਸਾਈਂ ਜੀ ਹੁਣੀ ਗੱਲ ਕਰ ਰਹੇ ਸਨ ਕਿ ਉੱਥੇ ਜੈਕਾਰੇ ਛੱਡੇ ਜਾ ਰਹੇ ਸਨ, ਬੋਲੇ ਸੋਨੇਵਾਲ ਸਤ, ਇੱਕ ਪਾਸੇ ਬੋਲੇ ਸੋਨੇਵਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਸੀ, ਦੂਸਰੇ ਪਾਸੇ ਨਾਰਾਏ ਤਕਬੀਰ ਅੱਲਾਹੁ ਅਕਬਰ ਦਾ ਨਾਰਾ ਸੀ। ਮਿਹਨਤ ਦੋਨਾਂ ਦੇ ਇੱਕ ਸੀ, ਸਾਰੀ ਉਸ ਅਕਾਲ ਪੁਰਖ ਦੀ ਕਰ ਰਹੇ ਸਨ। ਔਰ ਮੈਂ ਦੇਖਦਾ ਕੱਲ ਜਿਸ ਟਾਈਮ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧੰਨ ਹੈ ਧੰਨ ਹੈ ਧੰਨ ਹੈ ਹਜ਼ਰਤ ਮੀਆਂ ਮੀਰ ਸਾਹਿਬ ਧੰਨ ਹੈ। ਸੋ ਮੈਂ ਆਪਣੀਆਂ ਇਹਨਾਂ ਗੁਨਾਹਗਾਰ ਅੱਖਾਂ ਦੇ ਨਾਲ ਮੈਂ ਦੇਖਿਆ ਕਿ ਉੱਥੇ ਜਿਹੜੇ ਸਾਡੇ ਮੁਸਲਮਾਨ ਵੀਰ ਆਏ ਸਨ ਯਾਤਰਾ ਕਰਨ ਵਾਸਤੇ, ਨਕਮਸਤਕ ਹੋਣੇ ਵਾਸਤੇ ਹਜ਼ਰਤ ਮੀਆਂ ਮੀਰ ਸਾਹਿਬ ਦੇ ਦਰਬਾਰ, ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਰਹੇ ਸਨ। ਉਹ ਹੰਝੂ ਪਿਆਰ ਦੇ ਸਨ, ਉਹ ਹੰਝੂ ਇਹ ਬਿਆਨ ਕਰ ਰਹੇ ਸਨ ਕਿ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਦੋਸਤੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਦੀ ਦੋਸਤੀ ਸੀ, ਜਿਹੜੀ ਹਜ਼ਰਤ ਮੀਆਂ ਮੀਰ ਸਾਹਿਬ ਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੋਸਤੀ ਸੀ। ਜਿਸ ਤਰੀਕੇ ਨਾਲ ਗਨੀ ਖਾਨ ਨਬੀ ਖਾਨ ਨੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਰਾਏ ਕੱਲਾ ਜੀ ਨੇ ਹੋਰ ਜਿਹੜੇ ਬੇਅੰਤ ਉਹ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਸੋ ਉਹ ਦੋਸਤੀ ਦੀ ਲਾਜਵਾਬ ਮਿਸਾਲ ਹੈ ਜਿਹੜੀ ਕੱਲ ਅਸੀਂ ਦੇਖੀ। ਔਰ ਕੱਲ ਅਸੀਂ ਇਹ ਬਿਆਨ ਕੀਤਾ ਕਿ ਅਸੀਂ ਤੇ 1588 ਜਿਹੜਾ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ, ਉਸ ਵਕਤ ਤਾਂ ਮਤਲਬ ਪਤਾ ਨਹੀਂ ਕਿਹਦਾ ਮੰਜ਼ਰ ਹੋਏਗਾ, ਲੇਕਿਨ ਕੱਲ ਦਾ ਮੰਜ਼ਰ ਜਿਹੜਾ ਅਸੀਂ ਦੇਖਿਆ, ਜ਼ਾਰੀ ਗੱਲ ਉਹ ਮੰਜ਼ਰ ਤੇ ਇੱਕ ਮਹਾਨ ਮੰਜ਼ਰ ਹੋਏਗਾ ਜਿੱਥੇ ਗੁਰੂ ਸਾਹਿਬ ਆਪ ਸ਼ਿਸ਼ੋਭਤ ਸਨ। ਹਜ਼ਰਤ ਮੀਆਂ ਮੀਰ ਸਾਹਿਬ ਉੱਥੋਂ ਪਾਲਕੀ ਸ਼ਿਸ਼ੋਭਤ ਹੋ ਕੇ ਆਪਣੇ ਜਥੇ ਦੇ ਨਾਲ ਉੱਥੇ ਗਏ ਔਰ ਜਾ ਕੇ ਉਹਨਾਂ ਨੇ ਨੀਂਹ ਪੱਥਰ ਰੱਖਿਆ। ਸੋ ਕੱਲ ਦਾ ਮੰਜ਼ਰ ਵੀ ਬਿਆਨ ਕਰੀਏ ਤੇ ਸ਼ਾਇਦ ਅੱਖਾਂ ਛੱਜੂ ਆ ਜਾਣ। ਔਰ ਮੈਂ ਸਮਝਦਾ ਇਹ ਜਿਹੜੀ ਮਿਸਾਲ ਹੈ, ਜਿਹੜੀ ਮੁਹੱਬਤ ਹੈ, ਇਹ ਦੁਨੀਆ ਭਰ ਨੂੰ ਦੱਸਣ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ। ਇੱਥੇ ਇਹ ਜਿਹੀਆਂ ਸ਼ਖਸੀਅਤਾਂ ਹੈ ਨਹੀਂ ਅਲੀ ਰਜ਼ਾ ਕਾਦਰੀ ਸਾਹਿਬ ਵਰਗੀਆਂ ਜਿਹੜੀਆਂ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਲਾਗੇ ਲਿਆ ਰਹੀਆਂ, ਬਲਕਿ ਇਨਸਾਨੀਅਤ ਦੀ ਗੱਲ ਕਰੀਏ ਆਪਾਂ, ਸਿੱਖ ਮੁਸਲਮ ਦੋਸਤੀ ਤੇ ਕੈਸੀ ਹੈ, ਲੇਕਿਨ ਇਨਸਾਨਾਂ ਨੂੰ ਕਰੀਬ ਲੈ ਕੇ ਆਉਂਦੇ, ਇਨਸਾਨ ਦੇ ਨਾਲ ਮੁਹੱਬਤ ਕਰਦੀਆਂ। ਤੇ ਉਹ ਲੋਕ ਜਿਹੜਾ ਕਿ ਮਨਫੀ ਪ੍ਰੋਪੋਗੰਡਾ ਕਰਦੇ ਨੇ,
ਜਿਹੜਾ ਇਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਇਬਾਦਤਗਾਹਾਂ ਮਹਿਫੂਜ਼ ਨਹੀਂ, ਪਾਕਿਸਤਾਨ ਸਿੱਖ महफूज नहीं है। ਤੁਸੀਂ ਤਸਵੀਰਾਂ 'ਚ ਨਜ਼ਾਰਾ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਸਾਡੇ ਛੋਟੇ ਬੱਚੇ ਕੱਲ ਹਜ਼ਰਤ ਮੀਆਂ ਮੀਰ ਸਾਹਿਬ ਦੇ ਦਰਬਾਰ ਤੇ ਗਏ, ਉਹਨਾਂ ਨੇ ਗੱਤਕੇ ਦੇ ਖੇਲ ਪੇਸ਼ ਕੀਤਾ, ਫਿਰ ਪਰਿਕਰਮਾ ਲਿਆ, ਪਰਿਕਰਮਾ ਦੇ ਵਿੱਚ ਉੱਥੇ ਬੋਲੇ ਸੁਨੇ ਸੱਚ ਅਕਾਲ ਤੇ ਜੈਕਾਰੇ ਛੱਡੇ, ਫਿਰ ਸਮਾਗਮ ਹੋਇਆ। ਸੋ ਇਹ ਸਾਰੀਆਂ ਮਿਸਾਲਾਂ ਨੇ ਔਰ ਮੈਂ ਚਾਹਾਂਗਾ ਕਿ ਇਸ ਵਕਤ ਲੋੜ ਹੈ ਕਿ ਇਹ ਜਿਹੜਾ ਸਮਾਗਮ ਅਸੀਂ ਕੱਲ ਕੀਤਾ 1 ਮਾਘ ਨੂੰ 13 ਜਨਵਰੀ ਨੂੰ ਇਹਨੂੰ ਹੋਰ ਵਧਾਇਆ ਜਾਏ। ਇਸ ਤੋਂ ਬਾਅਦ ਕਰੋਨਾ ਦੀ ਮਹਾਮਾਰੀ ਕਰਕੇ ਸੰਗਤਾਂ ਦਰਸ਼ਨ ਨਹੀਂ ਕਰ ਸਕੀਆਂ। ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ 'ਚ ਸੈਲੀਬ੍ਰੇਟ ਹੋਇਆ, ਪਿਸ਼ਾਵਰ 'ਚ ਹੋਇਆ, ਨਨਕਾਣਾ ਸਾਹਿਬ ਹੋਇਆ, ਪੰਜਾ ਸਾਹਿਬ ਹੋਇਆ, ਡੇਰਾ ਸਾਹਿਬ ਹੋਇਆ। ਇਸ ਦੇ ਨਾਲ ਸਿੰਧ ਔਰ ਬਲੋਚਿਸਤਾਨ ਜਿਹੜੇ 2 ਪ੍ਰੋਵਿੰਸਿਸ ਨੇ ਉੱਥੇ ਵੀ ਕੱਲ੍ਹ ਸਮਾਗਮ ਸੈਲੀਬ੍ਰੇਟ ਕੀਤਾ ਗਿਆ, ਉਸ ਦੀ ਵੀ ਤਸਵੀਰਾਂ ਆਈਆਂ। ਸੋ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਵੀ ਇਹ ਸੈਲੀਬ੍ਰੇਟ ਹੋਇਆ। ਸੋ ਅਗਲੇ ਸਾਲ ਇਸ ਸਮਾਗਮ ਨੂੰ ਅਸੀਂ ਬੜੇ ਵੱਡੇ ਪੱਧਰ ਤੇ ਮਨਾਈਏ ਔਰ ਦੁਨੀਆ 'ਚ ਇੱਕ ਪੈਗਾਮ ਦਈਏ ਕਿ ਪਾਕਿਸਤਾਨ ਦੇ ਵਿੱਚ ਸਿੱਖ ਵਿਰਸਾ ਮਹਿਫੂਜ਼ ਹੈ, ਪਾਕਿਸਤਾਨ ਦੇ ਵਿੱਚ ਸਿੱਖ ਵਿਰਸਾ ਹੈ। ਪਾਕਿਸਤਾਨ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ ਉਹ ਨੌ ਤੇ ਮਾਸ ਦਾ ਰਿਸ਼ਤਾ ਹੈ ਤੇ ਸਾਡੇ ਕੋਲ ਜਦ ਇਹੋ ਜਿਹੀਆਂ ਸ਼ਖਸੀਅਤਾਂ ਮਹਿਫੂਜ਼ ਜਿਹੜੇ ਮੌਜੂਦ ਨੇ ਅਲੀ ਰਜ਼ਾ ਕਾਦਰੀ ਸਾਹਿਬ ਵਰਗੀਆਂ, ਤੇ ਸਾਨੂੰ ਇਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਅਸੀਂ ਇਸ ਜਿਹੜਾ ਇਹ ਦੋਸਤੀ ਹੈ, ਜਿਹੜਾ ਰਿਸ਼ਤਾ ਹੈ, ਇਹਨੂੰ ਹੋਰ ਨੇੜੇ ਲੈ ਕੇ ਆਈਏ। ਇਹਦੇ 'ਚ ਬੜੀਆਂ ਵਿਤਕਰਾਂ ਪਾਈਆਂ ਜਾ ਰਹੀਆਂ, ਕੋਸ਼ਿਸ਼ ਕੀਤੀ ਜਾ ਰਹੀ ਕਿ ਇਸ ਰਿਸ਼ਤੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੋੜਿਆ ਜਾਏ, ਲੇਕਿਨ ਜਦ ਐਸੀਆਂ ਸ਼ਖਸੀਅਤਾਂ ਮਹਿਫੂਜ਼ ਨੇ ਔਰ ਮੈਂ ਸਾਡੇ ਕੋਲ ਮੌਜੂਦ ਨੇ ਔਰ ਇਹ ਸ਼ਖਸੀਅਤਾਂ ਜਦੋਂ ਵੀ ਕੋਈ ਔਖਾ ਵੇਲਾ ਆਇਆ ਹੈ, ਦੇਖੋ ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ, ਇੱਥੇ ਹਮੇਸ਼ਾ ਮੈਂ ਇੱਕ ਬਿਆਨ ਕਰਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ 100% ਪਰਫੈਕਸ਼ਨ ਹੈ, ਮਸਾਇਲ ਹੈ ਨੇ। ਉਹਨਾਂ ਮਸਲਿਆਂ ਦੇ ਵਿੱਚ ਸਾਡੇ ਕੋਲ ਸਾਡੇ ਨਾਲ ਖੜੇ ਹੁੰਦੇ ਨੇ, ਸਾਡੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਨੇ, ਸਾਡਾ ਸਾਥ ਦਿੰਦੇ ਨੇ, ਸਹਿਯੋਗ ਦਿੰਦੇ ਨੇ। ਸੋ ਮੈਂ ਇੱਕ ਦਫਾ ਫਿਰ ਸਾਈਂ ਜੀ ਤੁਹਾਡੇ ਸਾਰੇ ਜਿਹੜੇ ਪ੍ਰਬੰਧਕ ਨੇ ਮਜ਼ਾਰ ਸਾਹਿਬ ਦੇ, ਉਹਨਾਂ ਦਾ ਧੰਨਵਾਦ ਕਰਦਾ ਔਰ ਅਰਦਾਸ ਕਰਦਾ, ਬੇਨਤੀ ਕਰਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਤਰੀਕੇ ਨਾਲ ਇਹ ਜੋੜ ਮੇਲੇ ਰੱਖੇ, ਇਸੇ ਤਰੀਕੇ ਨਾਲ ਸਾਨੂੰ ਇਕੱਠਾ ਰੱਖੇ। ਔਰ ਮੈਂ ਇੱਕ ਦਫਾ ਫਿਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਔਰ ਖਾਸ ਕਰ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਡਾਕਟਰ ਪ੍ਰਿਤਪਾਲ ਸਿੰਘ ਜੀ ਦਾ, ਸਰਦਾਰ ਹਰਪ੍ਰੀਤ ਸਿੰਘ ਜੀ ਦਾ ਔਰ ਇਹਨਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ ਕਰਦਾ। ਅਸੀਂ ਕੱਲ ਵੈਬੀਨਾਰ ਵੀ ਪਰਸੋਂ ਕੀਤਾ, ਵੈਬੀਨਾਰ 'ਚ ਵੀ ਬੜੀ ਡਿਸਕਸ਼ਨ ਹੋਈ। ਸੋ ਸਾਰਾ ਪੰਥ ਸਿੱਖ ਜਗਤ ਇਸ ਵਕਤ ਵਧਾਈ ਦਾ ਪਾਤਰ ਹੈ, ਸਭ ਨੂੰ ਵਧਾਈ ਦੇਣਾ ਜੀ। ਬਹੁਤ ਧੰਨਵਾਦ ਸਰਦਾਰ ਰਮੇਸ਼ ਸਿੰਘ ਜੀ। ਬਹੁਤ ਸੋਹਣੇ ਲਫ਼ਜ਼ਾਂ 'ਚ ਤੁਸੀਂ ਇੱਕ ਐਸੀ ਤਸਵੀਰ ਬੜੇ ਥੋੜੇ ਲਫ਼ਜ਼ਾਂ 'ਚ ਪੇਸ਼ ਕਰਤੀ। ਮੈਂ ਆਪਣੇ ਜ਼ਹਿਨ 'ਚ ਸੋਚਿਆ ਸੀ ਵੀ ਕੈਸਾ ਇਹ ਮੰਜ਼ਰ ਹੋਏਗਾ ਜਿਹੜਾ ਕੱਲ ਦਾ, ਜਿਵੇਂ ਸਾਈਂ ਜੀ ਨੇ ਤੇ ਤੁਸੀਂ ਦੱਸਿਆ, ਕਿੰਨਾ ਪਿਆਰ ਵਾਲਾ ਹੋਏਗਾ, ਕਿੰਨਾ ਸਕੂਨ ਵਾਲਾ ਹੋਏਗਾ, ਕਿੰਨਾ ਦਿਲਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਾਲਾ ਹੋਏਗਾ ਜੋ ਸਾਈਂ ਜੀ ਦੇ ਅਸਥਾਨ ਦੇ ਉੱਤੇ ਤੁਸੀਂ ਸਭ ਨੇ ਇਕੱਠ ਕਰਕੇ ਕੀਤਾ। ਤਸਵੀਰਾਂ ਵੀ ਬੋਲਦੀਆਂ ਪਈਆਂ ਵੀ ਸਾਈਂ ਜੀ ਨੇ ਕਿਤਨਾ ਜੋ ਪਿਆਰ ਹੈ ਸਾਰੀ ਸੰਗਤ ਨੂੰ ਦਿੱਤਾ ਹੈ ਅਤੇ ਫੁੱਲਾਂ ਦੀ ਤਾਂ ਬਰਸਾਤ ਹੀ ਹੋਈ ਲੱਗਦੀ ਹੈ ਉੱਥੇ, ਜਿਵੇਂ ਗਲੇ 'ਚ ਹਾਰ ਪਏ ਹੋਏ ਨੇ, ਗੁਲਾਬ ਦੇ ਫੁੱਲਾਂ ਦੀਆਂ ਪੰਖੜੀਆਂ ਖਿਲਰੀਆਂ ਪਈਆਂ। ਤੇ ਮੇਰੇ ਖਿਆਲ ਸਾਈਂ ਜੀ ਨੇ ਸੰਗਤਾਂ ਦੇ ਸਵਾਗਤ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੋਏਗੀ ਤੇ ਬਹੁਤ ਹੀ ਸੋਹਣਾ ਦ੍ਰਿਸ਼ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਸੀ। ਤੁਸੀਂ ਗੱਲਾਂ ਵੀ ਕਰ ਰਹੇ ਸਨ ਤੇ ਨਾਲ ਫੋਟੋਆਂ ਵੀ ਚੱਲ ਰਹੀਆਂ ਸਨ। ਮੈਂ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ, ਆਪ ਜੀ ਦਾ ਬੜਾ ਵੱਡਾ ਹੱਥ ਰਿਹਾ, ਨਾਲ ਸਹਿਯੋਗ ਰਿਹਾ ਕਿ ਅਮਰੀਕਾ ਕੈਨੇਡਾ ਦੇ ਵਿੱਚ ਆਪ ਜੀ ਨੇ ਸੰਗਤਾਂ ਨੂੰ ਜੋ ਹੈ ਜਾਗਰੂਕ ਕੀਤਾ। ਜਿਹੜੇ ਗੁਰਦੁਆਰਾ ਗੁਰਧਾਮ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹਨ, ਉੱਥੇ ਵੀ ਤੇ ਹੋਰ ਅਦਾਰਿਆਂ ਦੇ ਵਿੱਚ ਵੀ ਜਿਹੜਾ ਸਾਡਾ ਸਿੱਖਾਂ ਦੇ ਕੇਂਦਰੀ ਅਸਥਾਨ ਦਾ ਫਾਊਂਡੇਸ਼ਨ ਡੇ ਹੈ, ਨੀਂਹ ਪੱਥਰ ਸਥਾਪਨਾ ਦਿਵਸ ਹੈ, ਬੜੇ ਸੋਹਣੇ ਢੰਗ ਨਾਲ ਮਨਾਇਆ ਗਿਆ। ਤੇ ਆਪ ਜੀ ਦੇ ਇਸ ਬਾਰੇ ਜੋ ਵਿਚਾਰ ਹਨ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਹਾਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮੁਅਲੈਕਮ। ਆਪਣੇ ਚੜ੍ਹਦੀ ਕਲਾ ਦੇ ਵਿਊਅਰਸ ਸਾਰਿਆਂ ਨੂੰ ਬੜੀ ਖੁਸ਼ੀ ਹੈ ਕਿ ਮਿਲ ਰਹੇ ਆਪਾਂ ਆਪਣੇ ਪ੍ਰੋਗਰਾਮ ਤੇ। ਭਾਈ ਸਾਹਿਬ ਜੀ, ਆਪਣਾ ਜਿਸ ਤਰ੍ਹਾਂ ਕਿ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਤੋਂ ਹੀ, ਹਜ਼ਰਤ ਮੀਆਂ ਮੀਰ ਤੋਂ ਦਰਬਾਰ ਤੋਂ ਹੀ ਸੱਦਾ ਗਿਆ ਸੀ, ਜਿਹੜੇ ਕਿ ਗਦਰੀ ਨਸ਼ਕੀਨ ਅਲੀ ਰਜ਼ਾ ਕਾਦਰੀ ਸਾਹਿਬ ਨੇ ਹੀ ਭੇਜਿਆ ਸੀ ਦਰਬਾਰ ਤੋਂ, ਕਿ ਜਿਹੜਾ ਕਿ ਆਪਣਾ ਪਿਆਰ ਤੇ ਸਤਿਕਾਰ ਸੀ ਮੀਆਂ ਮੀਰ ਸਾਹਿਬ ਦੇ ਨਾਲ, ਉਹ ਅੱਜ ਲੋਕਾਂ ਤੋਂ ਬੜਾ ਦੂਰ ਹੋ ਗਿਆ। ਤੇ ਇਹ ਆਪਾਂ ਜ਼ਰੂਰ ਇਸ ਟਾਈਮ ਇਹ ਇਕੱਠਾ ਕੀਤਾ ਜਾਵੇ, ਜਦੋਂ ਕਿ ਹਰਿਮੰਦਰ ਸਾਹਿਬ ਦਾ ਹੀ ਪ੍ਰੋਗਰਾਮ ਆ ਰਿਹਾ, ਜਦੋਂ ਕਿ ਮਹਾਰਾਜ ਆਪ ਗੁਰੂ ਅਰਜਨ ਸਾਹਿਬ ਨੀਂਹ ਪੱਥਰ ਵਾਲੇ ਸਾਈਂ ਮੀਆਂ ਮੀਰ ਤੋਂ ਹੀ ਰਖਾਈ ਗਈ ਸੀ। ਸੋ ਇਹ ਪਿਆਰ ਦਾ ਸੱਦਾ ਗਿਆ ਸੀ। ਸੋ ਅਸੀਂ ਮਹਿਸੂਸ ਕਰਦੇ ਹਾਂ ਕਿ ਖੁਸ਼ਗੁਜ਼ਾਰ ਕਰਦੇ ਹਾਂ ਕਿ ਇਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰੇ ਜਿਸ ਤਰ੍ਹਾਂ ਕਿ ਈਸਟ ਕੋਸਟ, ਇੱਥੇ ਅਮਰੀਕਾ 'ਚ ਨੇ, ਕੈਨੇਡਾ 'ਚ ਨੇ, ਆਸਟ੍ਰੇਲੀਆ ਤੋਂ, ਸਾਰੇ ਹੀ ਇਕੱਠੇ ਹੋ ਕੇ ਮਨਾਇਆ ਗਿਆ। ਗੁਰੂ ਘਰਾਂ ਵਿੱਚ ਅਰਦਾਸ ਕੀਤੀ
ਇਹ ਸਾਰਾ ਕੁਝ ਹੋਇਆ, ਪਰ ਜਿਹੜਾ ਕਿ ਉਸ ਸਥਾਨ ਤੇ ਜੋ ਆਪ ਦੇਖ ਰਹੇ ਵਿਊਅਰਸ ਪਿਕਚਰਾਂ 'ਚ ਕਿ ਕਿਤਨਾ ਪਿਆਰ ਸਤਿਕਾਰ ਜਿਹੜੇ ਕਿ ਡੇਰਾ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਜਿਹੜਾ ਕਿ ਫਿਰ ਦਰਬਾਰ ਸਾਹਿਬ ਆਪਣੇ ਦਰਬਾਰ ਮੀਰ ਸਾਹਿਬ ਦੇ ਦਰਬਾਰ ਤੇ ਪਹੁੰਚੇ ਨੇ, ਇਹ ਆਪਣੇ ਵਿਊਅਰਸ ਦੇਖਣਗੇ ਕਿ ਕਿੰਨਾ ਪਿਆਰ ਸਤਿਕਾਰ ਇਹ ਦੋ ਭਰਾਵਾਂ ਦਾ ਆ, ਇਹ ਮੁਸਲਿਮ ਭਰਾ ਤੇ ਸਿੱਖ ਭਰਾਵਾਂ ਦਾ, ਜਿਹੜੇ ਕਿ ਰਮੇਸ਼ ਸਿੰਘ ਅਰੋੜਾ ਨੇ ਬੜੇ ਪਿਆਰ ਦੇ ਨਾਲ ਤੇ ਦੱਸਿਆ ਗਿਆ ਕਿ ਸਾਡੀ ਇਹ ਕਿੱਥੇ ਸ਼ੁਰੂ ਤੋਂ ਹੀ ਨਾਲ ਇਕੱਠ ਰਹੀ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸਾਈਂ ਸਾਹਿਬ, ਤਿੰਨ ਗੁਰੂ ਮਹਾਰਾਜ ਸ਼ਹੀਦ ਅਮਰਦਾਸ ਜੀ, ਗੁਰੂ ਆਪਣੇ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੇ ਨਾਲ ਰਹਿ ਕੇ ਜਿਹੜੇ ਕਿ ਕੋਈ ਘੱਟ ਤੁਸੀਂ ਕਹਿ ਸਕਦੇ ਹੋਰ ਨਾ ਹੋਊਗਾ ਇੰਨਾ ਪਿਆਰ ਸਾਈਂ ਮੀਆਂ ਮੀਰ ਦਾ। ਸੋ ਬੜੀ ਖੁਸ਼ੀ ਹੈ ਕਿ ਇਹ ਮਨਾਇਆ ਗਿਆ, ਪਰ ਜਿਸ ਤਰ੍ਹਾਂ ਦੱਸਿਆ ਗਿਆ ਕਿ ਕੋਵਿਡ ਕਰਕੇ ਬਾਹਰ ਤੋਂ ਸੰਗਤਾਂ ਨਹੀਂ ਹੋ ਸਕਿਆ, ਪਰ ਅਗਲੇ ਸਾਲ ਇਹ ਜ਼ਰੂਰ ਧੂਮਧਾਮ ਨਾਲ ਮਨਾਇਆ ਜਾਊ ਤੇ ਸਾਡੀ ਆਸ ਹੈ ਕਿ ਇਸ ਤਰ੍ਹਾਂ ਹੀ ਚੱਲਦਾ ਰਹੂਗਾ। ਤੇ ਆਈ ਨੋ ਕਿ ਅਮਰੀਕਾ ਤੋਂ ਹੋਰ ਸੰਗਤਾਂ ਤੁਹਾਡੇ ਇਹ ਪ੍ਰੋਗਰਾਮ ਦੇਖ ਕੇ ਇਹ ਵੀ ਜਾਣਕਾਰ ਕਰਨਗੇ, ਇਹ ਵੀ ਜਦੋਂ ਪਾਕਿਸਤਾਨ ਜਾਣਾ ਕਿ ਇੱਕ ਸਥਾਨ ਹੈਗਾ ਜਿਹੜੇ ਕਿ ਸਿੱਖਾਂ ਦਾ, ਉੱਥੇ ਵੀ ਦਰਸ਼ਨ ਕਰਨਾ ਤੇ ਆਪਣਾ ਪਿਆਰ ਸਤਿਕਾਰ ਦਾ ਵਾਧਾ ਪਾਉਣਾ ਇੱਥੇ ਜੀ। ਬਹੁਤ ਜੀ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕੋਵਿਡ-19 ਦੌਰਾਨ ਵੀ ਆਪ ਜੀ ਨੇ ਇਹ ਸਮਾਗਮ ਇੱਥੇ ਕਰਵਾਏ ਅਤੇ ਸੰਗਤਾਂ 'ਚ ਚੇਤਨਾ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ। ਬਹੁਤ ਬਹੁਤ ਧੰਨਵਾਦ। ਮੈਂ ਵਾਪਸ ਸਾਈਂ ਜੀ ਕੋਲ ਆਉਣਾ। ਸਾਈਂ ਜੀ ਬਹੁਤ ਸੋਹਣੇ ਢੰਗ ਨਾਲ, ਬੜੇ ਪਿਆਰ ਨਾਲ, ਆਪ ਜੀ ਦਾ ਬੜਾ ਸ਼ੌਂਕ ਸੀ, ਬੜੀ ਆਪ ਜੀ ਅੰਦਰ ਕਸ਼ਿਸ਼ ਸੀ ਕਿ ਮੈਂ ਇਹ ਜਿਹੜਾ ਸਮਾਗਮ ਹੈ ਬਹੁਤ ਸੋਹਣੇ ਢੰਗ ਨਾਲ ਹੋਵੇ। ਲਾਸਟ ਈਅਰ ਵੀ ਕਰਤਾਰਪੁਰ ਸਾਹਿਬ ਵਿਖੇ ਬਹੁਤ ਸੋਹਣੇ ਢੰਗ ਨਾਲ ਇਹ ਸਮਾਗਮ ਉੱਥੇ ਕਰਵਾਏ ਗਏ ਅਤੇ ਇੰਡੀਆ ਤੋਂ ਵੀ ਤੇ ਹੋਰ ਦੇਸ਼ਾਂ ਤੋਂ ਵੀ ਸੰਗਤਾਂ ਨੇ ਉੱਥੇ ਸ਼ਮੂਲੀਅਤ ਕੀਤੀ। ਐਤਕੀ ਭਾਵੇਂ ਕੋਵਿਡ ਸੀ ਪਰ ਤਾਂ ਵੀ ਇਤਨਾ ਸੋਹਣਾ ਸਮਾਗਮ ਜਿਹੜਾ ਸਾਈਂ ਜੀ ਦੇ ਦਰਬਾਰ ਵਿਖੇ ਉੱਥੇ ਹੋਇਆ। ਪਰ ਹੁਣ ਅੱਗੇ ਵਧਣ ਦੀ ਲੋੜ ਹੈ ਕਿ ਇਹ ਜਿਹੜੇ ਉਦਮ ਆਪ ਜੀ ਵੱਲੋਂ ਕੀਤੇ ਜਾ ਰਹੇ ਹਨ, ਇਹਨੂੰ ਅਸੀਂ ਇਕੱਲੇ ਇੱਕ ਦਿਨ ਤੱਕ ਮਹਿਫੂਜ਼ ਨਾ ਕਰੀਏ, ਜੋ ਆਪਸੀ ਪਿਆਰ ਦੇ ਨੇ, ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ, ਤੇ ਇਹਨੂੰ ਅੱਗੇ ਤੋਰਨ ਦੀ ਗੱਲ ਹੈ। ਤੇ ਇਹ ਜਿਹੜੀ ਸਰਬ ਸਾਂਝੀਵਾਲਤਾ ਤੇ ਆਪਸੀ ਪਿਆਰ ਦਾ ਸੰਦੇਸ਼ ਹੈ, ਇਹ ਲਗਾਤਾਰ ਇਹਦੇ ਵਿੱਚ ਲਗਾਤਾਰਤਾ ਆਉਣੀ ਚਾਹੀਦੀ ਹੈ, ਰੈਗੂਲੈਰਿਟੀ ਆਉਣੀ ਚਾਹੀਦੀ ਹੈ। ਇਸ ਬਾਰੇ ਆਪ ਜੀ ਦਾ ਕੀ ਨਜ਼ਰੀਆ? ਜਿਸ ਤਰੀਕੇ ਨਾਲ ਆਪ ਜੀ ਨੇ ਦੱਸਿਆ ਕਿ ਸੋਹਣੇ ਅੰਦਾਜ਼ ਨਾਲ ਦਰਬਾਰ ਸਾਹਿਬ ਮੀਆਂ ਮੀਰ ਸਾਹਿਬ ਸਾਰੇ ਮਾਮਲਾਤ ਹੋਏ ਸਨ, ਉਹਦੇ ਨਾਲ ਨਾਲ ਮੈਂ ਇੱਕ ਚੀਜ਼ ਲਾਜ਼ਮੀ ਦੱਸਣਾ ਚਾਹਾਂਗਾ ਕਿ ਸੰਗਤਾਂ ਜਦੋਂ ਦਰਬਾਰ ਸ਼ਰੀਫ ਆਈਆਂ ਸਨ, ਮੈਨੂੰ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਨੇ ਕਿਹਾ ਸੀ ਕਿ ਜੀ ਜਦੋਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਸੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਖਾਸ ਸਵਾਰੀ ਵਾਲੀ ਪਾਲਕੀ ਸਾਈਂ ਜੀ ਨੂੰ ਦੇ ਵੱਲ ਆਪਣੇ ਕੋਤਰਸੋ ਦੇ ਜਥੇ ਦੇ ਨਾਲ ਭੇਜੀ ਸੀ ਤੇ ਸਾਈਂ ਜੀ ਅਸੀਂ ਪਹਿਲੇ ਦਰਬਾਰ ਮੀਆਂ ਮੀਰ ਸਾਹਿਬ ਆਵਾਂਗੇ, ਸਾਈਆਂ ਦੇ ਕੋਲ ਹਾਜ਼ਰੀ ਭਰਾਂਗੇ ਤੇ ਫਿਰ ਉਧਰੋਂ ਆਪ ਜੀ ਸਾਡੇ ਕੋਲ ਡੇਰਾ ਸਾਹਿਬ ਆਇਆ ਜੀ। ਤੇ ਇਸੇ ਤਰ੍ਹਾਂ ਹੀ ਪਹਿਲੇ ਸੰਗਤਾਂ ਜੀ ਦਰਬਾਰ ਸਾਈਂ ਜੀ ਦੇ ਦਰਬਾਰ ਆਈਆਂ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਨੂੰ ਭੇਜਿਆ ਸੀ। ਫਿਰ ਉਸੇ ਤਰ੍ਹਾਂ ਹੀ ਅਸੀਂ ਸਾਈਆਂ ਵੱਲੋਂ ਫੁੱਲਾਂ ਦੇ ਨਜ਼ਰਾਨੇ, ਰੁਮਾਲਿਆਂ ਦੇ ਨਜ਼ਰਾਨੇ, ਹਾਰ, ਆਪਣੇ ਦਿਲਾਂ ਦਾ ਖਲੂਸ, ਆਪਣਾ ਪਿਆਰ ਲੈ ਕੇ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਹੁੰਚੇ ਔਰ ਉਧਰ ਪਹੁੰਚ ਕੇ ਅਸੀਂ ਇਹ ਸਾਰੇ ਮਾਮਲਾਤ ਕੀਤੇ। ਇਧਰ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਕਿ ਆਪ ਜੀ ਦੇ ਇਲਮ 'ਚ ਹੈ ਕਿ ਮੀਆਂ ਮੀਰ ਸਾਹਿਬ ਦਾ ਤਾਲੁਕ ਪਾਤਸ਼ਾਹੀਆਂ ਦੇ ਨਾਲ ਸੀ, ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ, ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਨਾਲ। ਇਹਨਾਂ ਤਿੰਨਾਂ ਪਾਤਸ਼ਾਹੀਆਂ ਦੇ ਨਾਲ ਜੁੜੇ ਹੋਏ ਬਹੁਤ ਸਾਰਾ ਇਤਿਹਾਸ ਹੈ। ਖੁਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਦਾ ਤਤੀ ਤਵੀ ਤੇ ਸ਼ਹੀਦੀ ਕਬੂਲ ਕਰਨਾ, ਤੇਰਾ ਭਾਣਾ ਮੀਠਾ ਲਾਗੇ ਵਰਗੇ ਅਮਰ ਅਲਫਾਜ਼, ਅਮਰ ਬਾਣੀ ਬੋਲਣਾ, ਚਾਹੇ ਉਹ ਕਿਲਾ ਗਵਾਲੀਅਰ ਤੋਂ ਸਾਈਂ ਜੀ ਖੁਦ ਗੁਰੂ ਜੀ ਮਹਾਰਾਜ ਦੀ ਰਿਹਾਈ ਦਾ ਪਰਵਾਨਾ ਲੈ ਕੇ ਪਹੁੰਚੇ ਔਰ ਕਿਲਾ ਗਵਾਲੀਅਰ ਤੋਂ ਗੁਰੂ ਜੀ ਮਹਾਰਾਜ ਨੂੰ ਛੁਡਵਾ ਕੇ ਖੁਦ ਆਪਣੇ ਨਾਲ ਲਾਹੌਰ ਲੈ ਆਏ। ਖੁਆ ਗਵਾਲੀਅਰ ਦੇ ਮੁਕਾਮ ਤੇ ਮੌਜੂਦ ਬਾਬਾ ਬੁੱਢਾ ਜੀ ਦੇ ਹੱਥ ਦਾ ਦੀਪ ਜਿਹੜਾ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਪੇਸ਼ ਕੀਤਾ ਕਿ ਆਪ ਜੀ ਇਸ ਦੀਪ ਨੂੰ ਰੋਸ਼ਨ ਕਰੋ ਤਾਂ ਕਿ ਸੰਗਤ ਦੀਪ ਮਾਲਾ ਕਰ ਸਕੇ। ਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਉਹ ਦੀਪ ਬਾਬਾ ਜੀ ਦੇ ਹੱਥੋਂ ਲੈ ਕੇ ਸਾਈਂ ਜੀ ਦੇ ਅੱਗੇ ਪੇਸ਼ ਕੀਤਾ ਕਿ ਫਰਮਾਇਆ ਕਿ ਇਸ ਦੀਪ ਨੂੰ ਰੋਸ਼ਨ ਕਰਨ ਦੇ ਅਸਲ ਹੱਕਦਾਰ ਸਾਈਂ ਮੀਆਂ ਮੀਰ ਜੀ ਨੇ। ਤੇ ਮੇਰੇ ਸਾਈਂ ਨੇ
ਉਹ ਮੇਰੇ ਤੇ ਨਹੀਂ ਨਾ ਜੀ, ਜੇ ਗੁਰੂ ਸਾਰਿਆਂ ਦੇ ਸਾਂਝੇ ਨੇ ਤੇ ਸਾਈਂ ਵੀ ਸਭ ਦਾ ਸਾਂਝਾ ਹੈ ਜੀ। ਸਾਈਂ ਵੀ ਪੰਥ ਦਾ ਹੈ, ਗੁਰੂ ਵੀ ਸਾਡੇ ਨੇ ਤੇ ਸਾਈਂ ਵੀ ਤੁਹਾਡੇ ਨੇ, ਤੇ ਸਾਰਿਆਂ ਦੇ ਸਾਈਂ ਨੇ ਕਿਹਾ ਕਿ ਜੀ ਉਹਨੂੰ ਰੋਸ਼ਨ ਕੀਤਾ, ਔਰ ਉਹਨਾਂ ਦੇ ਹੱਥ ਦਾ ਰੋਸ਼ਨ ਕੀਤਾ ਹੋਇਆ ਦੀਪ ਅੱਜ ਵੀ ਹਰਿਮੰਦਰ ਸਾਹਿਬ ਦੇ ਅੰਦਰ ਪੂਰੀ ਆਪਣੀ ਰੋਸ਼ਨੀਆਂ ਨਾਲ ਚਮਕ ਰਿਹਾ ਹੈ। ਇੱਥੇ ਮੈਂ ਦਰਦੀ ਸਾਹਿਬ ਆਪ ਜੀ ਨੂੰ ਦੱਸਣਾ ਚਾਹਾਂਗਾ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਇਹ ਪੂਰੀ ਮਨੁੱਖਤਾ ਵਾਸਤੇ, ਪੂਰੀ ਇਨਸਾਨੀਅਤ ਵਾਸਤੇ ਇੱਕ ਐਸਾ ਅਹਿਸਾਨ ਸੀ ਜੋ ਕਿ ਗੁਰੂ ਸਾਹਿਬਾਨ ਨੇ ਜਿਹਦਾ ਸਿਹਰਾ ਸਾਈਂ ਮੀਆਂ ਮੀਰ ਸਾਹਿਬ ਦੇ ਸਿਰ ਰੱਖਿਆ, ਇੱਕ ਐਸਾ ਕਾਰਜ ਸੀ ਜਿਹੜਾ ਸਾਰਿਆਂ ਨੇ ਰਲ ਕੇ ਸੋਹਣੇ ਅੰਦਾਜ਼ ਨਾਲ ਕੀਤਾ, ਜਿਸ ਅੰਦਾਜ਼ ਨਾਲ ਹਰਿਮੰਦਰ ਸਾਹਿਬ ਪੂਰੀ ਦੁਨੀਆ ਦੇ ਹਰ ਇਨਸਾਨ ਵਾਸਤੇ ਪਿਆਰ, ਮੁਹੱਬਤ ਔਰ ਇੱਕ ਅਪਨਾਈਅਤ ਦਾ ਇੱਕ ਕੇਂਦਰੀ ਸਥਾਨ ਹੈ। ਇਹਦੇ ਨਾਲ ਹੀ ਗੁਰੂ ਜੀ ਮਹਾਰਾਜ ਦਾ ਬੰਦੀ ਛੋੜ ਦਿਵਸ ਵੀ ਬੜੀ ਅਹਿਮੀਅਤ ਰੱਖਦਾ ਹੈ, ਕਿਉਂਕਿ ਗੁਰੂ ਜੀ ਮਹਾਰਾਜ ਜਦੋਂ ਬੰਦੀ ਛੋੜ ਦਿਵਸ ਨੂੰ ਆਪ ਨੂੰ ਕਿਲਾ ਗਵਾਲੀਅਰ ਤੋਂ ਲੈ ਕੇ ਸਾਈਂ ਜੀ ਲਾਹੌਰ ਆਪਣੇ ਮੁਕਾਮ ਤੇ ਤਸ਼ਰੀਫ ਲਿਆਏ ਸਨ। ਉੱਥੇ ਆਪ ਜੀ ਦੀ ਸੇਵਾ ਕੀਤੀ, ਆਪ ਜੀ ਦੀ ਸੰਭਾਲ ਕੀਤੀ। ਆਪ ਜੀ ਚੁੱਕੇ ਬਹੁਤ ਬਿਮਾਰ ਹੋ ਚੁੱਕੇ ਸਨ ਕਿਲਾ ਗਵਾਲੀਅਰ 'ਚ, ਆਪ ਜੀ ਦੀ ਸੇਵਾ ਕੀਤੀ, ਸਾਰੇ ਮਾਮਲਾਤ ਕੀਤੇ। ਉੱਥੇ ਸ਼ਹੀਦੀ, ਜਿੱਥੇ ਗੁਰੂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਦੋਂ ਸ਼ਹੀਦੀ ਆਪਨੇ ਪ੍ਰਾਪਤ ਕੀਤੀ ਤੇ ਹਾਂ ਦਾ ਨਾਰਾ ਮਾਰਨਾ, ਨੰਗੇ ਪੈਰੀ ਦੌੜ ਕੇ ਜਿਹੜਾ ਸੀ ਚੰਦੂ ਦੀ ਹਵੇਲੀ 'ਚ ਪਹੁੰਚਣਾ, ਤੇ ਇਤਿਹਾਸ ਗਵਾਹ ਹੈ ਕਿ ਸਾਈਂ ਜੀ ਨੇ ਗੁਰੂ ਜੀ ਮਹਾਰਾਜ ਨੂੰ ਤਤੀ ਤਵੀ ਤੋਂ ਥੱਲੇ ਉਤਾਰਦੇ ਕਿਹਾ ਕਿ ਮੈਂ ਆਪ ਜੀ ਨੂੰ ਇਸ ਹਾਲਤ 'ਚ ਨਹੀਂ ਦੇਖ ਸਕਦਾ। ਤੇ ਇਤਿਹਾਸ ਗਵਾਹ ਹੈ ਕਿ ਆਪ ਜੀ ਦੇ ਇੱਕ ਹੱਥ 'ਚ ਲਾਹੌਰ ਤੇ ਇੱਕ ਹੱਥ 'ਚ ਦਿੱਲੀ ਸੀ। ਆਪਨੇ ਕਿਹਾ ਕਿ ਜੇ ਤੁਸੀਂ ਇਸ਼ਾਰਾ ਕਰੋ ਕਿ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਵਜਾ ਦਿਆਂ, ਤੇ आपने कहा नहीं तेरा पाना मीठा लगे। सब तो पहले तो मैं फिर दोबारा चढ़ती कला टाइम टीवी का शुक्रिया अदा करना चाहना, जिन्हें अपना बहुत कीमती टाइम बेलॉस मैनू दिता। और मैं इधर यह भी चाहांगा कि पंथ हुण इस आवाज का भी साथ दे, इस साथ का भी साथ दे और अगे वध चढ़ के खुद सामने आए और एक गुरियाई नाल ਜਿਹੜੇ ਵਾਕਿਆਤ ਮੌਜੂਦ ਹੈ ਉਹਨੂੰ ਸਭ ਅੱਗੇ ਚੱਲੀਏ। ਮੈਂ ਹੁਣ ਇਸ ਪ੍ਰੋਗਰਾਮ ਦੇ ਵਿੱਚ ਆਗਾਜ਼ ਕਰਾਂਗਾ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਨਾਲ, ਕਿਉਂਕਿ ਉਹ ਪੋਲੀਟੀਕਲ ਲੈਵਲ ਤੇ ਵੀ ਬੜੇ ਵੱਡੇ ਪੱਧਰ ਤੇ ਉੱਥੇ ਵਿਚਰਦੇ ਹਨ, ਸਾਰੀਆਂ ਕੌਮਾਂ ਦੇ ਨਾਲ ਗੱਲਬਾਤ ਕਰਦੇ ਹਨ। ਭਾਵੇਂ ਪਾਕਿਸਤਾਨ ਦੇ ਵਿੱਚ ਮੈਜੋਰਟੀ ਮੁਸਲਿਮ ਭਾਈਚਾਰਾ ਹੈ, ਪਰ ਹੋਰ ਵੀ ਜਿਹੜੇ ਧਰਮਾਂ ਦੇ ਉੱਥੇ ਲੋਕੀ ਹਨ, ਕਿਉਂਕਿ ਇਹ ਪੋਲੀਟੀਕਲ ਲੈਵਲ ਤੇ ਨੁਮਾਇੰਦੇ ਵੀ ਹਨ, ਉਹਨਾਂ ਨਾਲ ਵਿਚਰਦੇ ਹਨ। ਤੇ ਇੱਥੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਯਾਦ ਕਰਾਉਣਾ ਚਾਹਾਂਗਾ, ਜਿਹੜੀ ਅਸੀਂ ਕਈ ਵਾਰ ਵਿਸਰ ਜਾਂਦੇ ਹਾਂ, ਕਿ ਸਾਡਾ ਜਿਹੜਾ ਵਿਰਸਾ ਹੈ ਉਹ ਪਾਕਿਸਤਾਨ ਦੇ ਨਾਲ ਬਹੁਤ ਡੂੰਘਾ ਜੁੜਿਆ ਹੈ। ਜਿਹੜਾ ਸਾਡੀ ਹੋਂਦ ਹੈ ਉਹ ਇਲਾਕਾ ਨਨਕਾਣਾ ਸਾਹਿਬ, ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨੀਂਹ ਰੱਖੀ, ਸਿੱਖਾਂ ਨੂੰ ਆਪਣੇ ਨਾਲ ਜੋੜਿਆ, ਅਤੇ ਬਚਪਨ ਤੋਂ ਹੀ ਆਪਣੇ ਨਾਲ, ਜਿਹਨੂੰ ਭਾਈ ਮਰਦਾਨਾ ਜੀ ਦਾ ਨਾਮ ਅਸੀਂ ਪਿਆਰ ਸਤਿਕਾਰ ਦੇ ਨਾਲ ਲੈਂਦੇ ਹਾਂ, ਜੋ ਉਹਨਾਂ ਦਾ ਗੂੜਾ ਸੰਗੀ, ਗੂੜਾ ਦੋਸਤ, ਉਹ ਮੁਸਲਿਮ ਭਾਈਚਾਰੇ ਦਾ ਸੀ। ਉਹ ਡੂਮ ਜਾਤ ਨਾਲ ਸੰਬੰਧ ਰੱਖਦੇ ਸੀ, ਪਰ ਗੁਰੂ ਸਾਹਿਬ ਨੇ, ਭਾਵੇਂ ਉਹ ਨੀਵੀਂ ਜਾਤ ਦੇ ਸਨ, ਭਾਵੇਂ ਉਹ ਮੁਸਲਿਮ ਧਰਮ ਨੂੰ ਉਹ ਕਰਦੇ ਸਨ, ਪਰ ਸਭ ਦਾ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਦਾ ਬੈਸਟ ਫਰੈਂਡ ਤੇ ਜਿਹੜਾ ਅੰਤਲੇ ਸਵਾਸਾਂ ਤੱਕ ਗੁਰੂ ਸਾਹਿਬ ਦਾ ਸੰਗੀ ਰਿਹਾ, ਉਹ ਭਾਈ ਮਰਦਾਨਾ ਜੀ ਸਨ। ਤੇ ਇਸ ਸਾਂਝ ਨੂੰ ਸਾਈਂ ਮੀਆਂ ਮੀਰ ਸਾਹਿਬ ਨੇ ਅੱਗੇ ਤੋਰਿਆ। ਸਾਈਂ ਮੀਆਂ ਮੀਰ ਸਾਹਿਬ ਦੇ ਗੱਦੀ ਨਸ਼ੀਨ ਅੱਜ ਸਾਨੂੰ ਹੋਕਾ ਦੇ ਰਹੇ ਨੇ ਕਿ ਅਸੀਂ ਆਪਣੀ ਸਾਂਝ ਨੂੰ ਨਾ ਭੁੱਲੀਏ, ਤੇ ਉਸ ਸਾਂਝ ਦੇ ਪਿਆਰ ਦਾ ਸਦਕਾ ਆ ਜੋ ਸਮਾਗਮ ਅਸੀਂ ਸਕਰੀਨ ਤੇ ਉਹਦੀਆਂ ਫੋਟੋਆਂ ਦੇਖੀਆਂ, ਪਿਛਲੇ ਸਮਾਗਮਾਂ 'ਚ ਗੱਲਬਾਤ ਕੀਤੀ, ਇੱਕ ਪ੍ਰਤੱਖ ਮਿਸਾਲ ਹੈ। ਅਤੇ ਮੈਂ ਧੰਨਵਾਦ ਵੀ ਕਰਦਾ ਕਿ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਵਰਗੇ ਸੁਹਿਰਦ ਨੌਜਵਾਨਾਂ ਨੇ, ਗੁਰੂ ਕੇ ਲਾਡਲਿਆਂ ਨੇ ਇਸ ਸਾਰੇ ਸਮਾਗਮਾਂ ਵਿੱਚ ਆਪਣਾ ਪੂਰਨ ਸਹਿਯੋਗ ਦੇ ਕੇ ਇਸ ਨੂੰ ਸਫਲ ਬਣਾਇਆ। ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ। ਧੰਨਵਾਦ ਜੀ। ਮੈਨੂੰ ਥੋੜਾ ਜਿਹਾ ਤੁਸੀਂ ਟਾਈਮ, ਤੁਸੀਂ ਐਸਾ ਟੌਪਿਕ ਛੇੜਤਾ ਵਿਚ ਇਜ਼ ਵੈਰੀ ਨੀਅਰ ਟੂ ਮਾਈ ਹਾਰਟ ਜੀ।
ਮੈਂ ਜਿਸ ਜੀ ਤਰ੍ਹਾਂ ਜੀ ਇਸ ਤੋਂ ਪਿਛਲੇ ਪ੍ਰੋਗਰਾਮ 'ਚ ਗੱਲ ਕਰ ਰਿਹਾ ਸੀ ਕਿ ਸਿੱਖ ਤੇ ਕਿ ਪਾਕਿਸਤਾਨ ਦਾ ਜਿਹੜਾ ਰਿਸ਼ਤਾ ਹੈ, ਸਿੱਖ ਔਰ ਪਾਕਿਸਤਾਨ ਦਾ ਰਿਸ਼ਤਾ ਹੈ, ਨੌ ਤੇ ਮਾਸ ਦਾ ਰਿਸ਼ਤਾ ਹੈ। ਇਹਦੇ ਪਿੱਛੇ ਜੀ ਜਿਸ ਤਰ੍ਹਾਂ ਤੁਸੀਂ ਇੰਟਰੋ 'ਚ ਬਿਆਨ ਕਰ ਰਹੇ ਸੋ, ਇਹਦੇ ਪਿੱਛੇ ਸਭ ਤੋਂ ਵੱਡੀ ਰੀਜ਼ਨ ਕਿ ਸਿੱਖਾਂ ਦਾ ਮੁੱਢਲਾ ਸਥਾਨ, ਕੇਂਦਰੀ ਸਥਾਨ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਇੱਥੇ ਉਤਾਰਿਆ। ਗੁਰੂ ਨਾਨਕ ਜੀ ਪਾਤਸ਼ਾਹ ਦੀ ਜਿੱਥੇ ਜੋਤੀ ਜੋਤ ਸਥਾਨ ਹੈ ਉਹ ਪਾਕਿਸਤਾਨ 'ਚ ਹੈ। ਵੰਡ ਪੈ ਜੀ ਕੇ ਉੱਥੇ ਬਿਲਕੁਲ ਉਸੇ ਜਗ੍ਹਾ ਤੇ ਵੰਡ ਪਈ ਜਿੱਥੇ ਕਰਤਾਰਪੁਰ ਸਾਹਿਬ ਹੈ, ਤੇ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਹੈ। ਗੁਰੂ ਜੀ ਰਾਮਦਾਸ ਜੀ ਮਹਾਰਾਜ ਪ੍ਰਕਾਸ਼ ਸਥਾਨ, ਜਨਮ ਸਥਾਨ ਪਾਕਿਸਤਾਨ 'ਚ ਚੂਨਾ ਮੰਡੀ ਵੀ ਲਾਹੌਰ ਹੈ। ਗੁਰੂ ਅਰਜਨ ਦੇਵ ਜੀ ਜੀ ਮਹਾਰਾਜ ਦਾ ਸ਼ਹੀਦੀ ਸਥਾਨ ਲਾਹੌਰ ਪਾਕਿਸਤਾਨ 'ਚ ਹੈ। ਮਹਾਰਾਜਾ ਜੀ ਰਣਜੀਤ ਸਿੰਘ ਜਿਹੜੇ ਕਿ ਪਹਿਲੇ ਇਸ ਧਰਤੀ ਦੇ ਹੀ ਸਨ ਆਫ ਦ ਸੋਇਲ, ਜਿਨ੍ਹਾਂ ਨੇ ਪਹਿਲਾਂ ਉਹਨਾਂ ਨੇ ਸਿੱਖ ਰਾਜ ਕੀਤਾ, ਉਹਨਾਂ ਦਾ ਵੀ ਜਨਮ ਗੁਜਰਾਂਵਾਲੇ ਹੋਇਆ। ਉਹਨਾਂ ਦੀ ਜਿਹੜੀ ਸਮਾਧੀ ਹੈ ਉਹ ਉਸੇ ਕੰਪਾਊਂਡ ਦੇ ਵਿੱਚ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਸਥਾਨ ਹੈ। ਸੋ ਉਸ ਦੇ ਜੀ ਨਾਲ ਇੱਕ ਚੀਜ਼ ਦੀ ਲੋੜ ਹੈ। ਆਲਦੋ ਕਿ 1947 ਦੇ ਵਿੱਚ ਪਾਰਟੀਸ਼ਨ ਦੇ ਵਿੱਚ बहुत बड़ा कांड होया और मैं नहीं समझ रहा उस वक्त, मैंने नहीं समझ आ रही कि वजह किसी के उस वक्त ऐसी दराड़ पाई गई और बहुत सारा सिख पाकिस्तान छड़ के 99% सिख पाकिस्तान छड़ के इंडिया चला गया जी ਅਸੀਂ ਬਹੁਤ ਫੈਮਲੀਆਂ 20,000 ਟੋਟਲ ਪੋਪੂਲੇਸ਼ਨ ਹੋਏਗੀ, ਜਿਸ ਚੋਂ ਮੋਰ ਦੈਨ 70% ਦੇ ਆਰ ਸੈਟਲਡ ਇਨ ਖੈਬਰ ਪਖਤੂਨਖਵਾ। ਬਾਕੀ 30% ਜਿਹੜਾ ਹੈ ਉਹ ਪੰਜਾਬ ਵਿੱਚ ਹੈ, ਬਲੋਚਿਸਤਾਨ ਵਿੱਚ ਔਰ ਸਿੰਧ ਵਿੱਚ ਹੈ। ਲੇਕਿਨ ਜੋ ਮਾਣ ਸਨਮਾਨ ਸਿੱਖ ਨੂੰ ਪਾਕਿਸਤਾਨ 'ਚ ਮਿਲਦਾ ਹੈ, ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ ਆਏ ਨੇ ਪਾਕਿਸਤਾਨ ਨਾਲ ਵੇਖਿਆ ਜਿਸ ਤਰੀਕੇ ਨਾਲ ਮਾਣ ਸਨਮਾਨ ਮਿਲਦਾ। ਤੁਸੀਂ ਆਪ ਵੇਖਿਆ ਕਿ ਜਿਸ ਤਰੀਕੇ ਨਾਲ ਕੱਲ ਹਜ਼ਰਤ ਮੀਆਂ ਮੀਰ ਸਾਹਿਬ ਦੇ ਮਜ਼ਾਰ ਤੇ ਗਿਆ, ਉੱਥੇ ਮਾਣ ਸਨਮਾਨ ਵੇਖਿਆ। ਫਿਰ ਪੀਰ ਸਾਹਿਬ ਜਦੋਂ ਸਾਈਂ ਅਲੀ ਰਜ਼ਾ ਕਾਦਰੀ ਸਾਹਿਬ ਆਉਂਦੇ ਨੇ ਔਰ ਆ ਕੇ ਨਕਮਸਤਕ ਹੁੰਦੇ ਨੇ, ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਅਰਦਾਸ ਵਿੱਚ ਖੜੇ ਹੁੰਦੇ ਨੇ, ਮੱਥਾ ਟੇਕਦੇ ਨੇ। ਸੋ ਇਹ ਪਿਆਰ ਮੁਹੱਬਤ ਦੀ ਇੱਕ ਬਹੁਤ ਵੱਡੀ ਮਿਸਾਲ ਹੈ। ਸੋ ਪਾਕਿਸਤਾਨ ਦੇ ਵਿੱਚ ਇਸ ਵਕਤ ਸਾਨੂੰ ਆਪਣੀ ਖਾਸ ਜਿਹੜੀ ਯੂਥ ਹੈ, ਕਿਉਂਕਿ ਮੈਂ ਅਮਰੀਕਾ ਲਾਸਟ ਟਾਈਮ ਗਿਆ, ਆਪਾਂ ਗੱਲ ਕਰ ਰਹੇ ਸਾਂ 1999 ਜਿਸ ਟਾਈਮ ਮੈਂ ਅਮਰੀਕਾ 2019 ਮੈਂ ਜਦੋਂ ਅਮਰੀਕਾ ਗਿਆ ਤੇ ਉੱਥੇ ਜਾ ਕੇ ਮੈਂ ਇੱਕ ਗੱਲ ਕੀਤੀ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਆਉਣ ਦੀ ਲੋੜ ਹੈ, ਖਾਸ ਕਰ ਜਿਹੜਾ ਡਾਇਸਪੋਰਾ ਨੂੰ ਬੇਨਤੀ ਕੀਤੀ ਕਿ ਆਪਣੀ ਯੂਥ ਨੂੰ ਪਾਕਿਸਤਾਨ ਭੇਜੋ। ਅਨਫੋਰਚੂਨੇਟਲੀ ਐਸੀ ਪੋਇਜ਼ਨ ਕੀਤਾ ਗਿਆ ਕਿ ਸਾਡੀ ਸਿੱਖ ਯੂਥ ਇਸ ਟਾਈਮ ਪਾਕਿਸਤਾਨ ਤੋਂ ਡਿਸਟਰੈਕਟਡ ਹੈ, ਪਾਕਿਸਤਾਨ ਨਹੀਂ ਆ ਰਹੀ। ਸੋ ਸਾਨੂੰ ਯੂਥ ਨੂੰ ਦੱਸਣ ਦੀ ਲੋੜ ਹੈ ਕਿ ਤੁਹਾਡਾ ਸਿੱਖ ਵਿਰਸਾ ਅਗਰ ਮਹਿਫੂਜ਼ ਹੈ, ਤੁਹਾਡੇ ਸਿੱਖ ਵਿਰਸੇ ਨੂੰ ਅਗਰ ਕਿਸੇ ਨੇ ਸੰਗੇ ਮਰਮਰ ਨਹੀਂ ਲਾਇਆ, ਉਹ ਸਿੱਖ ਵਿਰਸੇ ਨੂੰ ਇਹ ਕਹਿ ਕੇ ਹੋਲਡਿੰਗ ਦੀ ਲੋੜ ਹੈ, ਉਹਨੂੰ ਟਾਟੇਰੀ ਕਰਕੇ ਰਵਾ ਨਹੀਂ ਬਣਾਇਆ। ਤਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਦੀ ਪੂਰੀ ਅਸੀਂ ਬਿਲਡਿੰਗ ਬਣਾਈ, ਲੇਕਿਨ ਜਿਹੜਾ ਪ੍ਰਾਤਨ ਸਥਾਨ ਹੈ ਜਿੱਥੇ ਕਿ 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਨੇ ਜਿਸ ਬਿਲਡਿੰਗ ਦੀ ਬੁਨਿਆਦ ਰੱਖੀ ਔਰ ਜਿਹੜੀ ਬਿਲਡਿੰਗ ਵਾਸਤੇ ਸਪੋਰਟ ਕੀਤਾ, ਉਹ ਅੱਜ ਵੀ ਖੜੀ ਹੈ। ਸੋ ਅਸੀਂ ਤੇ ਕੋਸ਼ਿਸ਼ ਇਹ ਕੀਤੀ ਕਿ ਵਿਰਸੇ ਨੂੰ ਪਾਕਿਸਤਾਨ 'ਚ ਮਹਿਫੂਜ਼ ਰੱਖੀਏ ਔਰ ਅਸੀਂ ਚਾਹਾਂਗੇ, ਅਸੀਂ ਬਾਰ-ਬਾਰ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਰਿਆਸਤ ਪਾਕਿਸਤਾਨ ਵੱਲੋਂ, ਹੁਕੂਮਤ ਪਾਕਿਸਤਾਨ ਵੱਲੋਂ, ਪਾਕਿਸਤਾਨ ਦੇ ਮੁਸਲਮਾਨ ਭਾਈਚਾਰੇ ਵੱਲੋਂ ਕਿ ਆਓ ਪਾਕਿਸਤਾਨ ਤੁਸੀਂ ਅਰਦਾਸ ਕਰਦੇ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਅਸਥਾਨ ਤਿੰਨਾਂ ਦੇ ਖੁੱਲੇ ਦਰਸ਼ਨ ਦਿਦਾਰੇ, ਸੱਚੇ ਪਾਤਸ਼ਾਹ ਨੇ ਤੇ ਬਖਸ਼ਿਸ਼ ਕਰ ਦਿੱਤੀ, ਖੁੱਲੇ ਦਰਸ਼ਨ ਦਿਦਾਰੇ ਹੋਕੇ ਮਾਰ ਦਿਓ ਤੇ ਤੁਹਾਨੂੰ ਤੇ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਕਹਿੰਦੇ ਨੇ ਆਓ ਦਰਸ਼ਨ, ਖੁੱਲੇ ਦਰਸ਼ਨ ਦਿਦਾਰੇ ਕਰੋ। ਹੁਣ ਜਦ ਤੁਸੀਂ ਆਪ ਹੀ ਨਾ ਕਰਨੇ ਚਾਹੋ ਤੇ ਫਿਰ ਉੱਥੇ ਹੁਣ ਕੋਈ ਦੂਸਰਾ ਕੀ ਕਰ ਸਕਦਾ ਹੈ। ਸੋ ਪਾਕਿਸਤਾਨ ਦੀ ਸਰਕਾਰ ਨੇ ਬਾਰ-ਬਾਰ ਕਿਹਾ ਜੀ ਕਿ ਅਸੀਂ ਅਸਥਾਨਾਂ ਵਾਸਤੇ ਚਾਹੁੰਦੇ ਹਾਂ ਕਿ ਆਓ ਖੁੱਲੇ ਦਰਸ਼ਨ ਦਿਦਾਰੇ ਕਰੋ। ਕਰਤਾਰਪੁਰ ਕੋਰੀਡੋਰ ਬਣ ਗਿਆ, ਇੱਕ ਚੰਗੀ ਮਤਲਬ ਬਹੁਤ ਖਤੀਰ ਰਕਮ ਕਿ 9 ਮਹੀਨੇ ਦੇ ਵਿੱਚ ਉਸ ਬਿਲਡਿੰਗ ਨੂੰ ਬਣਾਉਣਾ ਛੋਟੀ ਗੱਲ ਨਹੀਂ ਹੈ। ਸੋ ਇਸ ਵਕਤ ਮੈਂ ਚਾਹਾਂਗਾ ਕਿ ਯੂਥ ਨੂੰ ਪਾਕਿਸਤਾਨ ਲਿਆਂਦਾ ਜਾਏ ਔਰ ਇਸ ਦੇ ਨਾਲ ਅਸੀਂ ਉਪਰਾਲਾ ਕਰ ਰਹੇ ਹਾਂ ਕਿ ਖਾਸ ਕਰ ਜਿਹੜੇ ਸਾਡੇ ਸਿੱਖ ਸਟੂਡੈਂਟਸ ਨੇ ਵਰਲਡ ਵਾਈਡ ਜਿਹੜੇ ਇਸ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਅਸੀਂ ਉਹਨਾਂ ਨੂੰ ਇੱਕ ਅਪਰਚੂਨਿਟੀ ਦੇਈਏ ਕਿ ਪਾਕਿਸਤਾਨ ਆਣ ਕੇ ਸਿੱਖ ਵਿਰਸੇ ਤੇ ਇੱਥੇ ਹੋਰ ਜਿਹੜਾ ਸਾਡਾ ਹੈਰੀਟੇਜ ਹੈ ਉਸ ਤੇ ਰਿਸਰਚ ਕਰਨ, ਦੁਨੀਆ ਨੂੰ ਜਾ ਕੇ ਦੱਸਣ ਕਿ ਪਾਕਿਸਤਾਨ ਕਿੰਨਾ ਰਿਚ ਕੰਟਰੀ ਹੈ ਔਰ ਪਾਕਿਸਤਾਨ ਦਾ ਟਰੂ ਇਮੇਜ ਉਹਨੂੰ ਦੱਸਣ ਕਿ ਪਾਕਿਸਤਾਨ ਦੇ ਵਿੱਚ ਵਸਣ ਵਾਲੀ ਜਿਹੜੀ ਘੱਟ ਗਿਣਤੀ ਹੈ ਉਹ ਬੜੀ ਮਹਿਫੂਜ਼ ਹੈ। ਸਿੱਖਾਂ ਦੀਆਂ ਇਬਾਦਤ ਗਾਹਾਂ ਨੇ, ਇਸ ਦੇ ਨਾਲ ਮਸਾਇਲ ਹੋਣਗੇ, ਮੈਂ ਨਹੀਂ ਕਹਿੰਦਾ ਮਸਾਇਲ ਨਹੀਂ ਨੇ, ਮਸਾਇਲ ਹੈ ਨੇ, ਲੇਕਿਨ ਮਸਾਇਲ ਪੈਸੇਜ ਆਫ ਟਾਈਮ। ਵੇਖੋ 99 ਤੋਂ ਪਹਿਲੇ ਅਗਰ ਅਸੀਂ ਗੁਰਦਾਮਾਂ ਦੀ ਹਾਲਤ ਦੇਖੀਏ ਤੇ ਸੰਧੂ ਸਾਹਿਬ ਆਏ ਹੋਣਗੇ ਪਾਕਿਸਤਾਨ ਨੇ ਦੇਖਿਆ, ਡਾਕਟਰ ਪ੍ਰਿਤਪਾਲ ਸਿੰਘ ਜੀ ਸਾਰਿਆਂ ਦੀ ਬੜੀ ਸਪੋਰਟ ਰਹੀ ਸਾਨੂੰ ਪਾਕਿਸਤਾਨ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ। 99 ਤੋਂ ਪਹਿਲੇ ਵੀ ਐਗਰੀ ਕਿ ਗੁਰਦੁਆਰੇ ਕੋਈ ਚੰਗੀ ਢੰਗ ਹਾਲਾਤ ਵਿੱਚ ਨਹੀਂ ਸਨ, ਲੇਕਿਨ ਜਿਸ ਤਰ੍ਹਾਂ ਹੀ ਪਾਕਿਸਤਾਨ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਪਿਛਲੇ 20 ਸਾਲਾਂ 'ਚ ਤੁਸੀਂ ਦੇਖੋਗੇ ਕਿ ਗੁਰਦੁਆਰਿਆਂ ਦੀ ਹਾਲਤ ਬਹੁਤ ਸੁਧਰੀ। ਹਰ ਸਾਲ 2 ਤੋਂ 3 ਨਵੇਂ ਗੁਰਧਾਮ ਜਿਹੜੇ ਅਸਥਾਨ ਨੇ, ਜਿਹੜੇ ਹਿਸਟੋਰੀਕਲ ਅਸਥਾਨ ਨੇ ਜਿਨ੍ਹਾਂ ਦੀ ਕਿਸੇ ਨਾ ਕਿਸੇ ਗੁਰੂ ਦੇ ਨਾਲ ਸੰਬੰਧਿਤ ਨੇ, ਉਹਨਾਂ ਅਸਥਾਨਾਂ ਅਸੀਂ ਖੋਲ ਰਹੇ ਹਾਂ ਔਰ ਆਉਣੇ ਵਾਲੇ ਟਾਈਮ ਦੇ ਵਿੱਚ ਆਉਣੇ ਵਾਲੇ ਦੇਖੋਗੇ। ਔਰ ਇਸ ਦੇ ਨਾਲ ਵੇਖੋ ਪਿਛਲੇ 2013 ਤੋਂ ਲੈ ਕੇ 2018 ਦੇ ਵਿੱਚ ਜਦੋਂ ਸਾਡੀ ਹਕੂਮਤ ਸੀ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ, ਦਾਸ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਇੰਟਰੋਡਿਊਸ ਕੀਤਾ ਅਸੈਂਬਲੀ 'ਚ
ਔਰ ਉਹ ਬਿੱਲ ਸੀ ਕਿ ਜੀ ਪਾਕਿਸਤਾਨ ਦੇ ਸਿੱਖ ਮੈਰਿਜ ਐਕਟ ਪਾਸ ਹੋਣਾ ਚਾਹੀਦਾ ਹੈ ਬਿਲकुल ਯੂਨੈਨਿਮਸਲੀ। जी बिल्कुल ਉਸ ਵਕਤ ਯੂਨੈਨਿਮਸਲੀ ਸਿੱਖ ਮੈਰਿਜ ਐਕਟ ਪਾਸ ਹੋਇਆ। ਉਸ ਤੋਂ ਪਹਿਲੇ ਡਾਕਟਰ ਪ੍ਰਿਤਪਾਲ ਸਿੰਘ ਜੀ ਤੋਂ ਉਹਨਾਂ ਦੀ ਟੀਮ ਦੀ ਬੜੀ ਕੰਟਰੀਬਿਊਸ਼ਨ ਹੈ, ਆਰਡੀਨੈਂਸ ਪਾਸ ਹੋਇਆ 2007 ਚ, ਬਟ ਕਿਉਂਕਿ ਪਾਰਲੀਮੈਂਟ ਵਿੱਚ ਸਿੱਖ ਨੁਮਾਇੰਦਗੀ ਨਹੀਂ ਸੀ, ਉਹ ਪਾਰਲੀਮੈਂਟ ਚ ਐਕਟ ਨਹੀਂ ਬਣ ਸਕਿਆ। ਸੋ 2018 ਚ ਅਸੀਂ ਉਹ ਸਿੱਖ ਮੈਰਿਜ ਐਕਟ ਅਸੀਂ ਪਾਸ ਕਰਵਾਇਆ ਔਰ ਪਾਕਿਸਤਾਨ ਦੁਨੀਆ ਦੇ ਵਿੱਚ ਪਹਿਲਾ ਮੁਲਕ ਬਣਿਆ ਜਿੱਥੇ ਸਿੱਖ ਮੈਰਿਜ ਐਕਟ ਹੈ। ਆਬਾਦੀ ਸਾਡੀ ਵੀ 25,000 ਹੈ। ਇੰਡੀਆ ਦੇ ਵਿੱਚ ਇਸ ਟਾਈਮ 2.5 ਕਰੋੜ ਤੋਂ 3 ਕਰੋੜ ਸਿੱਖ ਆ। ਨਾਨਕ ਨਾਮ ਜੀ ਲੈਵਾ ਸ਼ਾਇਦ 13 ਕਰੋੜ ਹੈ, ਲੇਕਿਨ ਅੱਜ ਤੱਕ ਉੱਥੇ ਸਿੱਖ ਮੈਰਿਜ ਐਕਟ ਨਹੀਂ ਹੋ ਸਕਿਆ। ਸੋ ਇਹਦਾ ਮਤਲਬ ਹੈ ਕਿ ਪਾਕਿਸਤਾਨ ਦੀ ਆਵਾਮ, ਪਾਕਿਸਤਾਨ ਦੀ ਸਰਕਾਰ ਰਿਆਸਤ ਪਾਕਿਸਤਾਨ ਸਿੱਖਾਂ ਨੂੰ ਮਾਨ ਸਨਮਾਨ ਦਿੰਦੀ। ਔਰ ਦਰਦੀ ਸਾਹਿਬ ਆਖਰੀ ਗੱਲ ਕਰਕੇ ਮੈਂ ਆਪਣੀ ਗੱਲ ਖਤਮ ਕਰਾਂਗਾ ਕਿ ਰਿਆਸਤ ਪਾਕਿਸਤਾਨ ਦੀ ਪਾਲਿਸੀ ਹੈ, हुकूमत कोई भी होवे, पीपल्स पार्टी बीबी ਉਹਨਾਂ ਦੀ ਬੇਨਜ਼ੀਰ ਦੀ ਹੋਵੇ, ਸਾਡੀ ਮੀਆਂ ਨਵਾਜ਼ ਸ਼ਰੀਫ ਦੀ ਹੋਵੇ, ਇਮਰਾਨ ਖਾਨ ਦੀ ਹਕੂਮਤ ਹੋਵੇ, ਸਟੇਟ ਦੀ ਉਸੇ ਪਾਲਿਸੀ ਨੂੰ ਟੋਕ ਕਰਦੀ ਹੈ। ਔਰ ਉਹ ਪਾਲਿਸੀ ਹੈ ਕਿ ਪਾਕਿਸਤਾਨ ਦੇ ਵਿੱਚ ਵਸਣ ਵਾਲੀ ਘੱਟ ਗਿਣਤੀਆਂ ਨੂੰ ਅਸੀਂ ਅਮਨ, ਪਿਆਰ, ਮੁਹੱਬਤ, ਸ਼ਾਂਤੀ ਦੇਣੀ ਹੈ ਔਰ ਉਹਨਾਂ ਨੂੰ ਅਸੀਂ ਰਿਲੀਜੀਅਸ ਜਿਹੜੇ ਦੀ ਵਰਸ਼ਿਪ ਪਲੇਸਿਸ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ। ਔਰ ਉਸ ਦੀ ਮਿਸਾਲ ਤੁਸੀਂ ਆਪ ਕਰਤਾਰਪੁਰ ਸਾਹਿਬ ਖੁੱਲ ਕੇ ਜਦੋਂ 9 ਮਹੀਨੇ ਵਿੱਚ ਬਣਾ ਕੇ ਉਹਨਾਂ ਨੂੰ ਖੋਲ ਦਿੱਤਾ ਔਰ ਕੋਰੀਡੋਰ ਬਣਾਤਾ। ਆਲਦੋ ਕਿ ਇੰਡੀਆ ਨੇ ਕਿਹਾ ਸੀ ਅਸੀਂ 5,000 ਸੰਗਤ ਦਿੱਲੀ ਭੇਜਾਂਗੇ, ਅਸੀਂ ਕਰਤਾਰਪੁਰ ਕੋਰੀਡੋਰ ਬਣਾਤਾ। ਹੁਣ ਇੰਡੀਆ 5,000 ਸੰਗਤ ਨਹੀਂ ਭੇਜ ਰਿਹਾ ਤੇ ਇੰਡੀਆ ਜਾਣੇ ਤੇ ਇੰਡੀਆ 'ਚ ਵਸਣ ਵਾਲਾ ਸਿੱਖ ਜਾਣੇ ਜੀ। ਬਿਲਕੁਲ ਜੀ ਬਿਲकुल ਇਹ ਸੱਚਾਈ ਜਿਹੜੀ ਆ ਲੁਕ ਨਹੀਂ ਸਕਦੀ। ਆਪ ਜੀ ਨੇ ਆਪਣੇ ਜਿਹੜੀ ਗੱਲਬਾਤ ਕਹੀ ਬੜੇ ਐਸੇ ਅਣਛੋਹੇ ਤੇ ਸੱਚੀਆਂ ਗੱਲਾਂ ਤੁਸੀਂ ਵਿੱਚ ਗੱਲ ਕਰਤੀ ਹੈ ਜਿਹਨਾਂ ਉੱਤੇ ਗੌਰ ਕਰਨ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਜਿਹੜਾ ਯੂਥ ਨੂੰ ਨਾਲ ਜੋੜਨ ਦੀ ਲੋੜ ਹੈ ਆਪਣੇ ਵਿਰਸੇ ਦੇ ਨਾਲ। ਦੂਸਰੀ ਗੱਲ ਜਿਹੜੀ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਇੱਕੋ ਇੱਕ ਦੁਨੀਆ ਦਾ ਦੇਸ਼ ਹੈ ਜਿੱਥੇ ਸਿੱਖ ਮੈਰਿਜ ਐਕਟ ਜਿਹੜਾ ਹੈ ਉਹ ਲਾਗੂ ਕੀਤਾ ਗਿਆ, ਇੰਡੀਆ ਦੇ ਵਿੱਚ ਨਹੀਂ ਹੋ ਸਕਿਆ। ਜਿਹੜੇ ਤੁਸੀਂ ਮਸਲਿਆਂ ਦੀ ਗੱਲ ਕੀਤੀ, ਮਸਲੇ ਦੇਖੋ ਜੀ ਹਰ ਇੱਕ ਦੇਸ਼ ਦੇ ਨਾਲ, ਦੇਸ਼ ਦੇ ਵਿੱਚ ਹਰ ਇੱਕ ਸਮੁਦਾਇ ਦੇ ਨਾਲ ਹੁੰਦੇ ਰਹਿੰਦੇ ਨੇ। ਪਰ ਜਿਹੜਾ ਤੁਸੀਂ ਗੱਲ ਕੀਤੀ ਵੀ ਸਾਈਂ ਮੀਆਂ ਮੀਰ ਜੀ ਹਮੇਸ਼ਾ ਜਿੱਥੇ ਕਿਧਰੇ ਵੀ ਸਿੱਖ ਮਸਲਿਆਂ ਦੀ ਗੱਲ ਆਈ, ਕੋਈ ਪਰੇਸ਼ਾਨੀ ਆਈ, ਆ ਕੇ ਨਾਲ ਸਾਈਂ ਅਲੀ ਕਾਦਰੀ ਜੀ ਨਾਲ ਆ ਕੇ ਖੜੇ ਹੋਏ ਨੇ। ਪਰ ਜਿਹੜੀ ਗੱਲ ਸਿੱਖ ਡਾਇਸਪਰਾ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਹੈ ਤੇ ਜਿਹੜੀਆਂ ਵਿਰਾਸਤਾਂ ਤੁਸੀਂ ਉੱਥੇ ਸੰਭਾਲੀਆਂ ਹਨ ਜਿਨ੍ਹਾਂ ਤੇ ਅਜੇ ਤੱਕ ਸੰਗਮਰਮਰ ਤੇ ਹੋਰ ਹਥੌੜੀ ਨਹੀਂ ਵੱਜੀ, ਇਹ ਬਾਕਮਾਲ ਗੱਲ ਹੈ ਕਿ ਅਸੀਂ ਆਪਣਾ ਇਤਿਹਾਸ ਦਿਖਾਉਣ ਜੋਗੇ ਤਾਂ ਹਾਂ। ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਸਾਡੇ ਹੀ ਭੈਣ ਭਰਾਵਾਂ ਨੇ ਸੰਗਮਰਮਰ ਦੇ ਤੇ ਉਸ ਨੂੰ ਬਿਊਟੀਫਾਈ ਕਰਨ ਦੇ ਆੜ ਦੇ ਵਿੱਚ ਆਪਣਾ ਇਤਿਹਾਸ ਬਹੁਤ ਗਵਾ ਲਿਆ ਹੈ। ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ, ਜਿੱਥੇ ਸਿੱਖ ਡਾਇਸਪਰਾ ਦੀ ਗੱਲ ਹੋਈ, ਯੂਥ ਦੀ ਗੱਲ ਹੋਈ, ਆਪ ਜੀ ਅਮਰੀਕਨ ਸਿੱਖ ਕਾਕਸ ਨਾਲ ਜੁੜੇ ਹੋ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਹੋ, ਸਾਰੀਆਂ ਸੰਗਤਾਂ ਦੇ ਨਾਲ ਜੁੜੇ ਹੋ। ਆਪ ਜੀ ਦੇ ਵਿੱਚ ਸਮਰੱਥਾ ਹੈਗੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਯੂਥ ਨੂੰ ਜਿਹੜਾ ਅਮਰੀਕਾ, ਕੈਨੇਡਾ ਤੇ ਹੋਰ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੇ ਵਿਰਸੇ ਨਾਲ ਅਸੀਂ ਜੋੜ ਸਕੀਏ। ਇਸ ਬਾਰੇ ਕਿਹੜੇ-ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਨੇ, ਕਿਹੜੇ-ਕਿਹੜੇ ਕੰਮ ਹੋਣੇ ਚਾਹੀਦੇ ਨੇ, ਉਹ ਬੜੇ ਵਿਸਥਾਰ ਨਾਲ ਆਪ ਜੀ ਆਪਣੀ ਟੀਮ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਆਪ ਜੀ ਦਾ ਇਸ ਜਿਹੜੀ ਗੱਲ ਕੀਤੀ ਹੈ ਸਰਦਾਰ ਰਮੇਸ਼ ਸਿੰਘ ਜੀ ਨੇ, ਜਿਹੜੀ ਅਪੀਲ ਕੀਤੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ, ਆਪ ਜੀ ਦਾ ਕੀ ਕਹਿਣਾ ਹੈ ਇਸ ਬਾਰੇ? ਹਾਂਜੀ ਦਾਦੀ ਸਾਹਿਬ ਜੀ, ਅਰੋੜਾ ਸਾਹਿਬ ਨੇ ਬੜੇ ਪੁਆਇੰਟਸ ਜਿਹੜੇ ਲੈਂਦੇ ਗਏ ਨੇ, ਇਹ ਬਹੁਤ ਇੰਪੋਰਟੈਂਟ ਨੇ, ਸਪੈਸ਼ਲੀ ਸਿੱਖ ਡਾਇਸਪਰਾ ਤੇ। ਜੇ ਐਜੂਕੇਸ਼ਨ ਤੋਂ ਸ਼ੁਰੂ ਕਰੀਏ, ਇਸ ਵੇਲੇ 3 ਯੂਨੀਵਰਸਿਟੀਜ਼ ਨੇ ਜਿੱਥੇ ਕਿ ਪਾਕਿਸਤਾਨ 'ਚ ਜਿਹੜੇ ਕਿ ਬਾਹਰਲੇ ਦੇਸ਼ਾਂ ਤੋਂ ਯੂਨੀਵਰਸਿਟੀਜ਼ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਸਮਰ ਪ੍ਰੋਗਰਾਮ ਜਾਂ ਐਕਸਟੈਂਸ਼ਨ ਪ੍ਰੋਗਰਾਮ ਤੋਂ ਜੋੜ ਸਕਦੇ ਨੇ, ਜਿਹੜੇ ਕਿ ਬੱਚੇ ਆਪ ਆਪਣੀ ਸਿੱਖ ਹਿਸਟਰੀ ਅਤੇ ਗੁਰੂ ਸਾਹਿਬਾਂ ਦੇ ਅਸਥਾਨਾਂ ਬਾਰੇ ਜਾ ਕੇ ਪਤਾ ਕਰ ਸਕਣ, ਦੇਖ ਸਕਣ ਤੇ ਉਹ 'ਚ ਹਿੱਸਾ ਪਾ ਸਕਣ। ਸੋ ਅਰੋੜਾ ਸਾਹਿਬ ਦਾ ਬੜੀ ਚੰਗੀ ਗੱਲ ਹੈ ਕਿ ਇਹ ਅਫੀਲੀਏਸ਼ਨ ਯੂਨੀਵਰਸਿਟੀਜ਼ ਦੀ ਹੋਵੇ। ਇਨ ਟਰਮਸ ਆਫ ਜਿਹੜੇ ਕਿ ਡਾਇਸਪੋਰਾ ਸਿੱਖ ਔਨ ਅ ਪੋਲੀਟੀਕਲ ਲੈਵਲ, ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਜਿਹੜਾ ਬਣਾਇਆ ਗਿਆ, ਆਲਮੋਸਟ 6-7 ਸਾਲ ਹੋ ਗਏ ਨੇ, ਉਹ ਤੋਂ 50 ਤੋਂ ਜ਼ਿਆਦਾ ਮੈਂਬਰਸ ਆਫ ਕਾਂਗਰਸ, ਅਮਰੀਕਨ ਕਾਂਗਰਸ ਤੇ ਵਾਸ਼ਿੰਗਟਨ DC 'ਚ ਆਪਣੇ ਜਿਹੜੇ ਵੀ ਸਿੱਖਾਂ ਦੇ ਡਾਇਸਪੋਰਾ ਦੇ ਮੁੱਦੇ ਹੁੰਦੇ ਨੇ ਉਹ ਉਠਾਉਂਦੇ ਨੇ ਤੇ ਗੱਲਬਾਤ ਕਰਦੇ ਨੇ। ਅਰੋੜਾ ਸਾਹਿਬ ਆਪ ਇੱਕ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਪਾਕਿਸਤਾਨ, ਤੇ ਜਦੋਂ ਸਿੱਖਾਂ ਦੀ ਆਵਾਜ਼ ਹੋਊਗੀ ਰੈਪਰੈਜ਼ੈਂਟੇਸ਼ਨ 'ਚ, ਉਦੋਂ ਹੀ ਕੁਛ ਹੋ ਸਕਦਾ। ਦੇਖੋ ਕਿ ਜਦੋਂ ਮੇਰਾ ਵੀ 84 ਵਿਆਹ ਹੋਇਆ ਸੀ, ਜੇ ਮੈਂ ਅਮਰੀਕਨ ਲੋਕਾਂ ਨੂੰ ਦੱਸਾਂ ਕਿ ਹਾਂ ਜੀ ਆ ਮੇਰਾ ਵਿਆਹ ਹੋਇਆ ਸੀ ਅੰਡਰ 25B ਇੰਡੀਆ ਕਨਸਟੀਟਿਊਸ਼ਨ, ਉਹ ਵੀ ਇੱਕ ਹਿੰਦੂ ਸੋਚ ਸਮਝ ਕੇ ਮੰਨਿਆ ਜਾਂਦਾ। ਪਰ ਜੇ ਅੱਜ ਮੈਂ ਪਾਕਿਸਤਾਨ 'ਚ ਜੇ ਅੱਜ
ਵਿਆਹ ਹੋਵੇ ਉਹ ਸਿੱਖ ਮੈਰਿਜ ਐਕਟ ਥੱਲੇ। ਸੋ ਕਿੰਨੀ ਖੁਸ਼ੀ ਹੈ ਕਿ ਸਿੱਖਾਂ ਨੂੰ ਕਿ ਕਿਉਂਕਿ ਆਪਣੇ ਬਾਹਰ ਇਲੈਕਟਡ ਅਫੀਸ਼ੀਅਲਸ ਹੈਗੇ ਨੇ, ਇਹ ਪ੍ਰੋਗਰੈਸ ਵਧ ਰਿਹਾ। ਤੇ ਆਪ ਦੇ ਵਿਊਅਰਸ ਨੂੰ ਬੇਨਤੀ ਕਰਾਂਗੇ ਕਿ ਪਲੀਜ਼ ਪੋਲੀਟੀਕਲੀ ਐਕਟਿਵ ਹੋਵੋ ਤੇ ਇਸ ਪਾਸੇ ਜ਼ਰੂਰ ਹੋਵੋ। ਗੁਰਦੁਆਰੇ ਵਾਲੇ ਪਾਸੋਂ ਰੋਹਨ ਸਾਹਿਬ ਨੇ ਦੱਸਿਆ ਕਿ ਇਸ ਪਾਲਿਸੀ ਆਫ ਨਾਟ ਡਿਸਟਰਕਸ਼ਨ ਪਰ ਰੀਕਨਸਟਰਕਸ਼ਨ, ਜਿਹੜੇ ਕਿ ਗੁਰਦੁਆਰੇ ਸਾਹਿਬ ਉਹ ਬਚਾਏ ਜਾਣ। ਜੇ ਬਾਹਰ ਦੇ ਦੇਸ਼ਾਂ 'ਚ ਕੋਈ ਇੱਟ ਵੀ ਲੱਭ ਜਾਂਦੀ ਉਹਨੂੰ ਵੀ ਪ੍ਰੀਜ਼ਰਵ ਕਰਦੇ ਨੇ, ਪਰ ਅਫਸੋਸ ਹੈ ਇੰਡੀਆ 'ਚ ਤਾਂ ਹੋਰ ਥਾਵਾਂ ਤੇ ਕਈ ਵਾਰੀ ਉਸ ਚੀਜ਼ ਨੂੰ ਢਾਹ ਕੇ, ਚਾਹੇ ਥੋੜਾ ਜਿਹੀ ਉਹਦੀ ਜ਼ਰੂਰਤ ਹੋਵੇ ਠੀਕ ਕਰਨ ਦੀ, ਪਰ ਢਾਹ ਕੇ ਇੱਕ ਸੰਗਮਰਮਰ ਦੇ ਬੜੀ ਵੱਡੀ ਬਿਲਡਿੰਗਾਂ ਬਣਾ ਜਾਂਦੀਆਂ, ਗੁਰੂ ਘਰ ਬਣਾ ਜਾਂਦੇ ਨੇ। ਪਰ ਪਾਕਿਸਤਾਨ 'ਚ ਇਸ ਵੇਲੇ ਪ੍ਰੈਜ਼ਰਵੇਸ਼ਨ ਹੋ ਰਹੀ ਹੈ। ਐਂਡ ਇਹ ਬੜਾ ਖੁਸ਼ੀ ਦੀ ਗੱਲ ਹੈ ਕਿ ਸਾਰੇ ਸਿੱਖ ਬਾਹਰ ਤੋਂ ਇਹ ਸੇਵਾ 'ਚ ਸ਼ਾਮਲ ਹੋ ਰਹੇ ਨੇ ਤੇ ਆਪਣੇ ਜੋ ਵੀ ਤਰੀਕੇ ਨਾਲ ਇਹ ਮਾਇਆ ਵੱਲੋਂ ਜਾਂ ਮਨ ਤਨ ਵੱਲੋਂ ਇਸ ਕੰਮ ਦੇ ਕਰ ਰਹੇ ਨੇ। ਸੋ ਆਪਣੇ ਕੰਮ ਪਾਕਿਸਤਾਨ ਦੇ ਨਾਲ ਬਹੁਤ ਹੈਗੇ ਨੇ ਕਰਨ ਵਾਲੇ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਆਰ ਤੇ ਸਤਿਕਾਰ ਦਾ। ਪਿਛਲੇ ਸਾਲ 2 ਵਾਰੀ ਮਿਲਿਆ ਜਾਣ ਲਈ ਪਾਕਿਸਤਾਨ, ਅਕਤੂਬਰ 'ਚ ਫਿਰ 500 ਸਾਲਾ ਜਿਹੜੇ ਹੋਇਆ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਤੇ ਬੜਾ ਸਾਰਿਆਂ ਨੇ ਜਦੋਂ ਵਾਪਸ ਆਏ ਮਹਿਸੂਸ ਕੀਤਾ ਕਿ ਸਾਡੀ ਬੋਲੀ, ਖਾਣਾ ਪੀਣਾ, ਬਹਿਣਾ ਸਾਰਾ ਇੱਕੋ ਹੀ ਹੈ। ਜਿਹੜਾ ਪੰਜਾਬ ਇੱਕ ਇਮੈਜਨਰੀ ਲਾਈਨ ਜਿਹੜੀ ਜਾਰੀ ਜਿਹੜੀ ਡਿਵਾਈਡ ਕਰਦੀ ਆ, ਪਰ ਉਹ ਸਾਰਾ ਪਿਆਰ ਸਤਿਕਾਰ ਇੱਕੋ ਜਿਹਾ ਹੀ ਹੈ ਪਾਕਿਸਤਾਨ 'ਚ ਉਹਨਾਂ ਨੂੰ ਮਿਲਿਆ। ਸਪੈਸ਼ਲੀ ਜਦੋਂ ਕਿ ਲਾਹੌਰ ਤੋਂ ਬਾਹਰ ਵੀ ਜਾਓ, ਵੱਡੇ ਸ਼ਹਿਰ ਤੋਂ ਜਾਓ, ਕਿ ਉਹੀ ਹੀ ਹੈ ਜਿਹੜਾ ਕਿ ਪੰਜਾਬ ਦੇ ਪਿੰਡਾਂ 'ਚ ਮਿਲਦਾ ਹੈ। ਸੋ ਬੜੀ ਖੁਸ਼ੀ ਹੈ ਕਿ ਆਪ ਜੀ ਨੇ ਪ੍ਰੋਗਰਾਮ, ਸਪੈਸ਼ਲੀ ਆਪਣੇ ਵਿਊਅਰਸ ਜਿਹੜੇ ਕਿ ਪੰਜਾਬ 'ਚ ਦੇਖ ਰਹੇ ਹੋ, ਡਾਇਸਪੋਰਾ ਦੇਖ ਰਹੀ ਹੈ, ਕਿ ਪਾਕਿਸਤਾਨ 'ਚ ਜ਼ਰੂਰ ਜਾਓ। ਜਦੋਂ ਕਿ ਆਪਣੇ 97% ਤੋਂ ਜ਼ਿਆਦਾ ਗੁਰਦੁਆਰੇ ਇਤਿਹਾਸਕ ਪਾਕਿਸਤਾਨ 'ਚ ਨੇ, ਉੱਥੇ ਪਿਆਰ ਫਿਰ ਸ਼ੁਰੂ ਕਰੋ। ਐਂਡ ਉਸ ਚੀਜ਼ 'ਚ ਸਾਈਂ ਮੀਆਂ ਮੀਰ ਸਾਹਿਬ ਦਾ ਜਿਹੜਾ ਕਿ ਦਰਬਾਰ ਹੈ ਇਸ ਵੇਲੇ ਗੱਦੀ ਨਸ਼ੀਨ ਅਲੀ ਰਜ਼ਾ ਸਾਹਿਬ ਕਾਦਰੀ ਸਾਹਿਬ ਨੇ ਜਿਹੜੇ ਕਿ ਚਲਾ ਰਹੇ ਨੇ, ਉੱਥੇ ਵੀ ਗੁਰੂ ਜਾ ਕੇ ਦੇਖੋ ਕਿ ਇਹ 3 ਗੁਰੂਆਂ ਦਾ ਕਿਆ ਪਿਆਰ ਸਤਿਕਾਰ ਜਿਹੜਾ ਹੈਗਾ ਹੈ ਕਿ ਸਿੱਖ ਕੌਮ ਨਾਲ ਕਿੰਨੀ ਦੇਰ ਤੋਂ ਚੱਲ ਰਿਹਾ ਤੇ ਚੱਲਦਾ ਚਾਵੇ। ਬਹੁਤ 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 ਅੱਛਾ ਤੁਸੀਂ ਇੱਕ ਪੁਆਇੰਟ ਨਾਲ ਰੇਜ਼ ਕਰਤਾ ਸੰਧੂ ਸਾਹਿਬ ਕਿ ਜਿਹੜੇ ਵੀ ਸਿੱਖ ਗਰੁੱਪਸ ਜਾਂਦੇ ਨੇ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਾਂ ਆਪਣੇ ਪ੍ਰਾਈਵੇਟ ਤੌਰ ਤੇ ਵੀ ਜਿਹੜੇ ਜਾਂਦੇ ਨੇ, ਉਹ ਜ਼ਰੂਰ ਆਪਣੇ ਟੂਰ ਦੇ ਵਿੱਚ ਜੋ ਹੈ ਸਾਈਂ ਮੀਆਂ ਮੀਰ ਸਾਹਿਬ ਦੇ ਅਸਥਾਨਾਂ ਦੇ ਵੀ ਦਰਸ਼ਨ ਕਰਨ। ਅਤੇ ਜੋ ਬ੍ਰਦਰਹੁੱਡ ਦੀ ਗੱਲ ਸਾਈਂ ਜੀ ਨੇ ਤੋਰੀ, ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ਮਜ਼ਬੂਤ ਕੀਤਾ। ਹੋਰ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਈਂ ਮੀਆਂ ਮੀਰ ਜੀ ਦੇ ਆਖਰੀ ਸਵਾਸਾਂ ਤੱਕ ਉਹਨਾਂ ਦਾ ਜਿਹੜਾ ਸਾਥ ਦਿੱਤਾ, ਉਸ ਉੱਤੇ ਸਾਡਾ ਜ਼ਰੂਰ ਅਕੀਦਾ ਦੇਣਾ ਬਣਦਾ ਹੈ। ਤੇ ਸਾਡੇ ਜੋ ਵੀ ਦਰਸ਼ਕ ਅੱਗੇ ਆਉਣ ਵਾਲੇ ਸਮੇਂ 'ਚ ਜਾਂ ਜਿੱਥੋਂ ਵੀ ਸੰਸਾਰ ਭਰ ਤੋਂ ਜਾਂਦੇ ਨੇ ਦਰਸ਼ਨ ਇਸ਼ਨਾਨਾਂ ਲਈ ਉੱਥੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ, ਉਹ ਜ਼ਰੂਰ ਸਾਈਂ ਜੀ ਦੇ ਅਸਥਾਨ ਤੇ ਵੀ ਜਾਣ। ਸਾਈਂ ਜੀ ਅਲੀ ਰਜ਼ਾ ਕਾਦਰੀ ਜੀ, ਆਪ ਜੀ ਦਾ ਇਸ ਬਾਰੇ ਕੀ ਕਹਿਣਾ? ਜੀ ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲੇ ਤਾਂ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਫਕੀਰ ਦੀ ਆਵਾਜ਼ ਨੂੰ ਪੰਥ ਤੀਕਰ ਪਹੁੰਚਾਇਆ। ਉਹਦੇ ਨਾਲ ਹੀ ਜਿੱਥੇ ਆਪ ਜੀ ਨੇ ਫਕੀਰ ਦੇ ਮੁਕਦਮੇ ਨੂੰ ਬਹੁਤ ਅੱਛੇ ਤਰੀਕੇ ਨਾਲ ਪੂਰੀ ਪੰਥ ਤੀਕਰ ਪਹੁੰਚਾਇਆ, ਇਹਦੇ ਨਾਲ ਹੀ ਮੈਂ तमाम ਪ੍ਰਬੰਧਕ ਕਮੇਟੀਆਂ ਨੂੰ ਬੜੀ ਨਿਮਰਤਾ ਸਾਥ ਬੇਨਤੀ ਕਰਨਾ ਚਾਹਾਂਗਾ ਕਿ ਆਪ ਸਭ ਜਦੋਂ ਵੀ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਪਲਾਨ ਕਰਦੇ ਹੋ, ਜਦੋਂ ਵੀ ਸਥਾਨਾਂ ਦਾ ਲਿਖਿਆ ਜਾਂਦਾ ਹੈ, ਉੱਥੇ ਸਾਈਂ ਜੀ ਦੇ ਸਥਾਨ ਦੇ ਬਾਰੇ 'ਚ ਵੀ ਲਿਖੋ। ਸਾਈਂ ਜੀ ਦੇ ਵੀ ਸਥਾਨ 'ਚ ਆ ਕੇ ਆਪਣੀ ਸ਼ਰਧਾ ਦੇ ਫੁੱਲ ਪੇਂਟ ਕਰੋ, ਕਿਉਂਕਿ ਸਾਈਂ ਜੀ ਅੱਜ ਵੀ ਆਪ ਜੀ ਦਾ ਇੰਤਜ਼ਾਰ ਕਰ ਰਹੇ ਨੇ। ਇਹਦੇ ਨਾਲ ਹੀ ਸੰਗਤਾਂ ਨੂੰ ਦੱਸਦਾ ਜਾਵਾਂ ਕਿ ਜਿਸ ਤਰ੍ਹਾਂ ਗੁਰੂ ਜੀ ਮਹਾਰਾਜ ਨੇ ਜਿਸ ਸਾਂਝ ਨੂੰ ਚਲਾਇਆ ਸੀ, ਜਿਸ ਪਿਆਰ ਔਰ ਜਿਸ ਸ਼ਰਧਾ ਦੇ ਨਾਲ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹਨੂੰ ਅਪਣਾਇਆ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨੂੰ ਅਪਣਾਇਆ ਸੀ, ਗੁਰੂ ਹਰਗੋਬਿੰਦ ਜੀ ਮਹਾਰਾਜ ਤੀਕਰ ਇਹ ਸਾਂਝ ਪਹੁੰਚੀ। ਤੇ ਇਹਨਾਂ ਲਾਜ਼ਮੀ ਦੱਸਣਾ ਚਾਹਾਂਗਾ ਕਿ ਜਦੋਂ ਸਾਈਂ ਜੀ ਅਕਾਲ ਚਲਾਣਾ ਕਰ ਗਏ ਸਨ ਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਸਾਈਂ ਜੀ ਦੀ तमाम ਤਰ ਆਖਰੀ ਰਸੂਮਾਤ ਬਹੁਤ ਅੱਛੇ ਅੰਦਾਜ਼ ਨਾਲ ਜਿਹੜੀਆਂ ਸਨ ਉਹ ਕੀਤੀਆਂ, ਬਹੁਤ ਅੱਛੇ ਅੰਦਾਜ਼ ਨਾਲ। ਜੀ ਜੀ। ਔਰ ਸਾਈਂ ਜੀ ਦਾ ਅੱਜ ਜਿਹੜਾ ਦਰਬਾਰ ਆਪ ਜੀ ਨੂੰ ਵੇਖਣ ਨੂੰ ਨਜ਼ਰ ਆਉਂਦਾ ਹੈ, ਉਹ ਦਰਬਾਰ ਜਿਹੜਾ ਹੈ ਉਹ ਸਾਈਂ ਜੀ ਦੀ ਜਿਹੜੀ ਕਬਰ ਮੁਬਾਰਕ ਸੀ ਉਹਦਾ ਉੱਥੇ ਬਣਨਾ
खुद गुरु हरगोबिंद जी महाराज ने सारी सेवा करवाई। ਉਹਦੇ ਨਾਲ ਆਪਨੇ ਸੰਗਤ ਦੇ ਵਾਸਤੇ, ਉਹਨਾਂ ਦੇ ਲੰਗਰ ਦੇ ਵਾਸਤੇ, ਉਹਨਾਂ ਦੇ ਇੰਤਜ਼ਾਮਾਤ ਪਾਣੀ ਦੇ ਵਾਸਤੇ ਉੱਥੇ ਖੂਹ ਪੁਟਾਇਆ, ਜਿਹੜਾ ਮੈਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਤਸ਼ਰੀਫ ਲਿਆਏ, ਉਹਨਾਂ ਨੂੰ ਵੀ ਦਿਖਾਇਆ, ਸਾਰੀ ਸੰਗਤ ਨੇ ਦੇਖਿਆ। ਤੇ ਆ ਕੇ ਦੇਖੋ ਤੇ ਸਹੀ, ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਸਾਈਂ ਮੀਆਂ ਮੀਰ ਜੀ ਦਾ ਜਿਹੜਾ ਸਥਾਨ ਸੀ, ਜਿਹੜਾ ਆਖਰੀ ਮੁਕਾਮ ਸੀ, ਕਿਸ ਤਰ੍ਹਾਂ ਉਹਨੂੰ ਬਿਲਕੁਲ ਹੀ ਹਰਮੰਦਰ ਸਾਹਿਬ ਦੇ ਨਕਸ਼ੇ ਦੇ ਮੁਤਾਬਿਕ ਆਪਣੇ ਪ੍ਰੇਮਿਸਿਸ ਦੇ ਸੈਂਟਰ 'ਚ ਬਣਾਇਆ ਹੈ। ਜੀ ਆ ਕੇ ਦੇਖਣ ਵਾਲੀ ਚੀਜ਼ ਹੈ। ਉਹ ਸਾਂਝ ਨੂੰ ਅੱਜ ਅਸੀਂ ਬਰਕਰਾਰ ਰੱਖੀਏ, ਉਹਨੂੰ ਅੱਛੇ ਅੰਦਾਜ਼ ਨਾਲ ਲੈ ਕੇ ਚੱਲੀਏ, ਉਹਨੂੰ ਵੱਧ ਤੋਂ ਵੱਧ ਵਧਾਈਏ। ਉਹਦੇ ਨਾਲ ਹੀ ਜਿੱਥੇ ਆਪ ਜੀ ਨੇ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਔਰ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ ਨੇ ਗੱਲ ਕੀਤੀ ਕਿ ਜੀ ਇੱਥੇ ਸਾਰੇ ਸਥਾਨਾਂ ਨੂੰ ਜਿਹੜਾ ਸੀ ਸੰਗਮਰਮਰ ਲਗਾ ਦਿੱਤਾ ਗਿਆ। ਮੈਂ ਉਦੋਂ ਸੇਵਕ ਸਾਂ ਆਪਣੇ ਸਾਈਂ ਦਾ, ਮੈਂ ਖਿਦਮਤ ਕਰਦਾ ਸਾਂ ਤੇ ਮੇਰੀ ਤਰਬੀਅਤ ਦੇ ਮਰਾਇਲ ਸਨ। ਜਦੋਂ ਅਸੀਂ ਗੁਰਦੁਆਰਾ ਚੁਬਾਰਾ ਸਾਹਿਬ ਗਏ ਜੀ ਤੇ ਗੁਰਦੁਆਰਾ ਚੁਬਾਰਾ ਸਾਹਿਬ ਗਏ ਤੇ ਪਤਾ ਚੱਲਿਆ ਜੀ ਬੜਾ ਇਤਿਹਾਸਿਕ ਚੁਬਾਰਾ ਸਾਹਿਬ ਹੈ, ਗੁਰੂ ਜੀ ਮਹਾਰਾਜ ਦੇ ਨਾਲ ਰਿਲੇਟਡ ਸਾਰੇ ਮਾਮਲਾਤ। ਤੇ ਅਸੀਂ ਅੰਦਰ ਹਾਲ ਦੇ ਅੰਦਰ ਗਏ ਤੇ ਉੱਥੇ ਸਾਰੀ ਨਵੀਂ ਪ੍ਰੇਮਿਸਿਸ ਬਣੀ ਹੋਈ, ਤੇ ਅਸੀਂ ਪੁੱਛਿਆ ਕਿ ਚਲੀਏ ਜੀ ਉੱਤੇ ਹੁਣ ਚੁਬਾਰਾ ਸਾਹਿਬ ਜਾ ਕੇ ਦੇਖ ਕੇ ਆਈਏ। ਉਹਨਾਂ ਨੇ ਕਿਹਾ ਜੀ ਚੁਬਾਰਾ ਸਾਹਿਬ ਉਹ ਥੱਲੇ ਪਿਆ ਜੀ, ਆਪ ਇੱਥੇ ਮੱਥਾ ਟੇਕ ਲਓ ਜੀ। ਉੱਥੇ ਫਿਰ ਸਾਈਂ ਜੀ ਨੇ ਕਿਹਾ ਭਲੀ ਹੋਏ ਤੁਸੀਂ ਕੀ ਕੀਤਾ, ਤੁਸੀਂ ਤੇ ਇਤਿਹਾਸ ਜਿਹੜਾ ਸੀ ਉਹ ਤੁਸੀਂ ਇਤਿਹਾਸ ਨੂੰ ਇੰਨਾ ਨੁਕਸਾਨ ਪਹੁੰਚਾ ਦਿੱਤਾ। ਹਾਂ, ਇਹਦੇ ਨਾਲ ਫਕੀਰ ਦਾ ਮਨ ਬਹੁਤ ਖੁਸ਼ ਹੈ, ਮਨ ਬਹੁਤ ਖੁਦਰਾਜ਼ੀ ਹੈ ਕਿ ਪਾਕਿਸਤਾਨ ਦੀ ਇਹ ਪਾਲਿਸੀ ਨਹੀਂ ਹੈਗੀ, ਚਾਹੇ ਉਹ ਜਿੰਨੇ ਵੀ ਗੁਰਧਾਮ ਨੇ ਉਹਨਾਂ ਨੂੰ ਅੱਛੇ ਅੰਦਾਜ਼ ਨਾਲ ਉਸੇ ਤਰੀਕੇ ਨਾਲ ਰੀਸਟੈਬਲਿਸ਼ ਕੀਤਾ ਜਾਂਦਾ ਹੈ। ਇਹਦੇ ਨਾਲ ਹੀ ਕਿ ਜਿਹੜਾ ਹੈ ਚੋਆ ਸਾਹਿਬ ਗੁਰਦੁਆਰਾ ਜਿਹੜਾ ਹੈ, ਉੱਥੇ ਜਿਹੜਾ ਗੁਰਦੁਆਰਾ ਹੈ, ਜਿਹੜੀ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਹੈ, ਉਹਦਾ ਹੁਣ ਸਾਂਭ ਸੰਭਾਲ ਜਿਹੜੀ ਹੈ ਉਹ ASGPC ਨੇ ਸ਼ੁਰੂ ਕੀਤੀ ਹੈ। ਉਹਨੂੰ ਅਸਲ ਅੰਦਾਜ਼ ਨਾਲ, ਪੁਰਾਣੇ ਅੰਦਾਜ਼ ਨਾਲ ਦੁਬਾਰਾ ਤਾਮੀਰ ਕੀਤਾ ਜਾ ਰਿਹਾ ਹੈ। ਤੇ ਇਹਦੇ ਚ ਕੋਈ ਸ਼ੱਕ ਨਹੀਂ, ਪਾਕਿਸਤਾਨ ਦੇ ਅੰਦਰ ਸਿੱਖਾਂ ਦਾ ਬਹੁਤ ਵਿਰਸਾ ਮੌਜੂਦ ਹੈ ਤੇ ਸਿੱਖ ਪੰਥ ਨੂੰ ਲਾਜ਼ਮਨ ਜਿਹੜਾ ਹੈ ਆਪਣੇ ਖੁਦ ਵੀ ਤਸ਼ਰੀਫ ਲਿਆਉਣ, ਆਪਣੇ ਬੱਚਿਆਂ ਨੂੰ ਵੀ ਲਿਆਉਣ ਔਰ ਆ ਕੇ ਇਹਦਾ ਸਾਰੀਆਂ ਚੀਜ਼ਾਂ ਤੇ ਸਟੱਡੀ ਕੀਤੀ ਜਾਏ ਜੀ। ਬਿਲਕੁਲ ਜੀ, ਬਿਲਕੁਲ। ਅਸੀਂ ਸਟੱਡੀ ਦੀ ਗੱਲ ਤੇ ਸਰਬ ਸਾਂਝੀਵਾਲਤਾ ਦੀ, ਆਪਸੀ ਪਿਆਰ ਦੀ ਗੱਲ ਇਸ ਨੂੰ ਅੱਗੇ ਵਧਾਉਣੀ ਹੈ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਹੋ ਰਿਹਾ, ਪਰ ਸਾਈਂ ਜੀ ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੇ ਵਿਰਸੇ ਨਾਲ ਜੁੜੀਆਂ, ਆਪਸੀ ਸਾਂਝ ਦੀਆਂ ਜੁੜੀਆਂ ਤੇ ਹੋਰ ਜਿਹੜੇ ਉੱਥੇ ਮੋਨੂਮੈਂਟਸ ਪਾਕਿਸਤਾਨ ਦੇ ਵਿੱਚ ਹੈਗੇ ਆ, ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਆਪ ਜੀ ਅੱਗੇ ਆਓ ਤੇ ਇਹਦੀ ਵੀਡੀਓਗ੍ਰਾਫੀ ਕਰਕੇ ਸਾਨੂੰ ਜ਼ਰੂਰ ਭੇਜੋ ਤੇ ਅਸੀਂ ਉਹ ਚੜ੍ਹਦੀ ਕਲਾ ਟਾਈਮ TV ਦੇ ਦਰਸ਼ਕਾਂ ਨਾਲ ਸਾਂਝੀਆਂ ਕਰੀਏ, ਦਿਖਾਈਏ ਕਿ ਕਿੰਨਾ ਸਾਡਾ ਮਹਾਨ ਵਿਰਸਾ ਪਾਕਿਸਤਾਨ ਦੇ ਵਿੱਚ ਮਹਿਫੂਜ਼ ਪਿਆ ਹੈ ਤੇ ਉਹਦੀ ਸਾਂਭ ਸੰਭਾਲ ਕਿਵੇਂ ਹੋ ਰਹੀ ਹੈ। ਇੱਕ ਬਹੁਤ ਹੀ ਜ਼ਰੂਰੀ ਜਿਹੜਾ ਮੁੱਦਾ ਨਾਲ ਅੱਜ ਉੱਠਿਆ ਹੈ, ਸਿੱਖ ਡਾਇਸਪੋਰਾ ਦਾ, ਜਿਹੜੀ ਸਰਦਾਰ ਰਮੇਸ਼ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਉਹਨੂੰ ਨਾਲ ਜੋੜਨ ਦੀ, ਤੇ ਸਾਡੇ ਨਾਲ ਇਸੇ ਮੰਚ ਤੇ ਸਰਦਾਰ ਹਰਪ੍ਰੀਤ ਸਿੰਘ ਸੰਧੂ ਵੀ ਜੁੜੇ ਹੋਏ ਨੇ ਜੋ ਅਮਰੀਕਨ ਕਾਕਸ ਦੇ ਨਾਲ ਜੁੜੇ ਹਨ, ਤੇ ਦੋਨਾਂ ਇੱਥੇ ਸਾਡੇ ਕੋਲ ਹਾਜ਼ਰ ਨੇ। ਇੱਕ ਫਰਿਆਦੀ ਹੈ ਤੇ ਇੱਕ ਜਿਹੜਾ ਉਸ ਫਰਿਆਦ ਨੂੰ ਕਬੂਲ ਕਰ ਸਕਦਾ ਹੈ। ਤੇ ਬਹੁਤ ਅੱਛਾ ਇਸ਼ੂ ਜਿਹੜਾ ਰਮੇਸ਼ ਸਿੰਘ ਨੇ ਜੋੜਿਆ ਕਿ ਸਾਨੂੰ ਆਪਣੇ ਨੌਜਵਾਨਾਂ ਨੂੰ ਜੋੜਨ ਲਈ ਕੁਛ ਨਾ ਕੁਛ ਉਦਮ ਕਰਨੇ ਚਾਹੀਦੇ ਨੇ। ਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਜੁੜੇ ਹੋਏ ਹਨ, ਕੀ ਕੋਈ ਐਸਾ ਪ੍ਰੋਗਰਾਮ ਅਸੀਂ ਨਹੀਂ ਸ਼ੁਰੂ ਕਰ ਸਕਦੇ, ਕੋਈ ਸਕਾਲਰਸ਼ਿਪਸ ਜਾਂ ਕਿਸੇ ਤਰ੍ਹਾਂ ਦਾ ਇਨਸੈਂਟਿਵ ਜਿਹਦੇ ਨਾਲ ਬੱਚੇ ਪਾਕਿਸਤਾਨ ਜਾ ਕੇ ਆਪਣੇ ਇਤਿਹਾਸ ਦੇ ਉੱਤੇ ਖੋਜ ਕਰ ਸਕਣ, ਵਾਈਟ ਪੇਪਰ ਲਿਖ ਸਕਣ, ਆਪਣੇ ਵਿਰਸੇ ਨਾਲ ਜੁੜ ਸਕਣ, ਜਾਂ ਕੋਈ ਅਸੀਂ ਐਜੂਕੇਸ਼ਨਲ ਟੂਰਸ ਉਹਨਾਂ ਦੇ ਬਣਾ ਸਕੀਏ ਜਾਂ ਕੋਈ ਸਰਟੀਫਿਕੇਟ ਕੋਰਸਿਸ ਕਰ ਸਕੀਏ। ਮੇਰਾ ਸਵਾਲ ਦੋਨਾਂ ਵਾਸਤੇ ਹੈ, ਕਿਉਂਕਿ ਇੱਕ ਪਾਸੇ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਪੋਲੀਟੀਕਲ ਤੌਰ ਤੇ, ਸਮਾਜਿਕ ਤੌਰ ਤੇ ਉੱਥੇ ਤਕੜੇ ਹੈਗੇ ਨੇ, ਉਹ ਉੱਥੋਂ ਦੀਆਂ ਲੋਕਲ ਯੂਨੀਵਰਸਿਟੀਜ਼, ਲੋਕਲ ਇੰਸਟੀਟਿਊਸ਼ਨਸ ਨੂੰ ਕਹਿ ਸਕਦੇ ਨੇ ਕਿ ਹਾਂਜੀ ਤੁਸੀਂ ਇਨਵੀਟੇਸ਼ਨ ਭੇਜੋ ਜਾਂ ਐਸਾ ਕੋਈ ਕੋਰਸ ਵਰਕ ਤਿਆਰ ਕਰੋ ਜਿਸ ਦੇ ਵਿੱਚ ਆ ਕੇ ਬਾਹਰੋਂ ਲੋਕੀ ਆ ਕੇ ਉਸ ਨੂੰ ਪੜ੍ਹ ਸਕਣ, ਉਸ ਦੇ ਉੱਤੇ ਰਿਸਰਚ ਕਰ ਸਕਣ, ਕੰਮ ਕਰ ਸਕਣ, ਜਾਂ ਪ੍ਰੈਕਟੀਕਲੀ ਜਿਹੜਾ ਆਪਣੇ ਵਿਰਸੇ ਨਾਲ, ਭਾਵੇਂ ਉਹ ਨਨਕਾਣਾ ਸਾਹਿਬ ਦਾ ਹੈ ਤੇ ਭਾਵੇਂ ਲਾਹੌਰ ਦਾ ਹੈ, ਭਾਵੇਂ ਸਾਡੇ ਸਿੱਖ ਰਾਜ ਨਾਲ ਜੁੜੀਆਂ ਉੱਥੇ ਕਿਲੇ ਨੇ ਜਿਹੜੇ ਅਫਗਾਨਿਸਤਾਨ ਤੱਕ
ਜਿੱਥੇ ਨਿਸ਼ਾਨ ਝੂਲਦਾ ਸੀ, ਪਰ ਉਹ ਸਾਰੀਆਂ ਯਾਦਾਂ ਪੂਰੇ ਪਾਕਿਸਤਾਨ ਦੇ ਵਿੱਚ ਫੈਲੀਆਂ ਹੋਈਆਂ ਹਨ ਤੇ ਉਹਨਾਂ ਉੱਤੇ ਰਿਸਰਚ ਕਰ ਸਕਣ। ਮੈਂ ਦੋਨਾਂ ਨੂੰ ਇਹ ਸਵਾਲ ਕਰ ਰਿਹਾ ਤੇ ਦੋਨਾਂ ਨੂੰ ਹੀ ਕਹਾਂਗਾ ਵਾਰੀ-ਵਾਰੀ ਇਸ ਦਾ ਜਵਾਬ ਦਿਓ। ਹਾਂ, ਰਮੇਸ਼ ਸਿੰਘ ਜੀ ਅਰੋੜਾ ਸਾਹਿਬ ਦੀ ਆਵਾਜ਼। ਹਾਂਜੀ जी, मैं एक बड़ा इम्पोर्टेंट मुद्दा है साहब। 550 साल करतारपुर साहब नारोवाल विखे एक यूनिवर्सिटी है जिन्हों के नारोवाल यूनिवर्सिटी कहा जाता है। उत्थे 90 बच्चियां कोलों उत्थों दे वाइस चांसलर साहब ने गुरु नानक साहब जी वास्ते ऐसे लिखण ते और स्पीच करन ते क्या, और जिस टाइम 90 घरां च गुरु नानक की वडियाई बयान हुई उस दौरान जिस टाइम ਅਸੀਂ ਕੰਕਲੂਡਿੰਗ ਰਿਮਾਰਕ ਦੇ ਰਹੇ ਸੀ ਤਾਂ ਵਾइस ਚਾਂਸਲਰ ਸਾਹਿਬ ਨੇ ਕਿਹਾ ਜੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ 550 ਸਾਲਾ ਦਿਵਸ ਤੇ ਅਸੀਂ ਇੱਕ ਸਿੱਖ ਕੌਮ ਨੂੰ ਇੱਕ ਸਿੱਖ ਪੰਥ ਨੂੰ ਤੋਹਫਾ ਦੇਣ ਜਾ ਰਹੇ ਹਾਂ। ਉਹ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਚੇਅਰਸ ਯੂਨੀਵਰਸਿਟੀ ਸਟੈਬਲਿਸ਼ ਕਰ ਦੇ ਰਹੇ ਵਿਚ ਕੀ ਬਾਤ ਹੈ ਜੀ, ਨਾਰੋਵਾਲ ਵਿਖੇ ਗੁਰੂ ਨਾਨਕ ਸਾਹਿਬ ਦੇ ਬਾਰੇ ਵੀ ਚਰਚਾ ਹੋਗੀ। ਸੋ देयर आर 3 universities which are really they are ready, ਜਿਹਦੇ ਚ ਲਾਹੌਰ ਕਾਲਜ ਸੌਰੀ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਹੈ, ਨਾਰੋਵਾਲ ਯੂਨੀਵਰਸਿਟੀ ਨਾਰੋਵਾਲ ਹੈ, ਉਸ ਤੋਂ ਬਾਅਦ ਨਨਕਾਣਾ ਸਾਹਿਬ ਦੀ ਯੂਨੀਵਰਸਿਟੀ ਬਣਨ ਜਾ ਰਹੀ ਹੈ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ। ਸੋ ਮੈਂ ਇੱਕ ਤਾਂ ਚਾਹਾਂਗਾ ਕਿ ਅਸੀਂ ਜਿਹੜੇ ਇਹਨਾਂ ਦੇ ਵਾइस ਚਾਂਸਲਰ ਸਾਹਿਬਾਨ ਨੇ ਅਸੀਂ ਉਹਨਾਂ ਨੂੰ ਇੱਕ ਅਪਰਚੂਨਿਟੀ ਦੇਈਏ, ਉਹ ਆਪ ਆਣ ਕੇ ਬੈਠਣ ਤੁਹਾਡੇ ਨਾਲ ਗੱਲ ਕਰਨ, ਤੁਹਾਨੂੰ ਦੱਸਣਗੇ ਕਿਸ ਤਰੀਕੇ ਨਾਲ ਅਸੀਂ ਜਿਹੜਾ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਹੈ ਡਾਇਸਪੋਰਾ ਹੈ ਉਹਨਾਂ ਨੂੰ ਅਸੀਂ ਇੱਕ ਅਪਰਚੂਨਿਟੀ ਦਿੰਦੇ ਹਾਂ ਕਿ ਆਉਣ ਪਾਕਿਸਤਾਨ 'ਚ ਬੈਠ ਕੇ ਤੇ ਰਿਸਰਚ ਕਰਨ, ਔਰ देयर आर लॉट्स ऑफ अवेलेबल। ਸੋ ਪਾਕਿਸਤਾਨ ਇਜ਼ ਰੈਡੀ ਜੀ। ਮੈਂ ਬੇਨਤੀ ਕਰਾਂਗਾ ਹਰਪ੍ਰੀਤ ਸਿੰਘ ਜੀ ਸੰਧੂ ਸਾਹਿਬ ਨੂੰ ਕਿ ਉਹ ਦੇਖਣ ਕਿ ਜਿਹੜਾ ਸਿੱਖ ਡਾਇਸਪੋਰਾ ਨਾਟ ਓਨਲੀ ਅਮਰੀਕਨ ਬਾਕੀ ਵੀ ਜਿੱਥੇ ਸਿੱਖ ਬੱਚਾ ਸਟੂਡੈਂਟ ਬੈਠਾ ਉਹਨੂੰ ਅਪਰਚੂਨਿਟੀ ਦਿੱਤੀ ਹੈ ਕਿ ਪਾਕਿਸਤਾਨ ਆਵਣ ਔਰ ਪਾਕਿਸਤਾਨ ਬੈਠ ਕੇ ਤੇ ਰਿਸਰਚ ਕਰਨ। ਅਸੀਂ ਜਿਹੜੀ ਵੀ ਲੌਜਿਸਟਿਕ ਸਪੋਰਟ ਹੈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਜੀ। ਸੰਧੂ ਸਾਹਿਬ ਜੀ। ਹਾਂਜੀ ਭਾਈ, ਇਸ ਵੇਲੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਪੰਜਾਬੀ ਪ੍ਰੋਗਰਾਮਸ ਥਾਂ ਤੇ ਸ਼ੁਰੂ ਕੀਤੇ ਜਾ ਰਹੇ ਨੇ ਤੇ ਹੋਰ ਚੱਲ ਰਹੇ ਨੇ ਕਈਆਂ ਥਾਵਾਂ ਤੋਂ। ਸੋ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪੰਜਾਬੀ ਪ੍ਰੋਗਰਾਮ ਤੋਂ ਇਲਾਵਾ ਇੱਕ ਕਲਚਰਲੀ ਐਂਡ ਹਿਸਟੋਰੀਕਲ ਜਿਹੜਾ ਕਿ ਜ਼ਰੂਰਤ ਜਾਣਨ ਦੀ ਬਹੁਤ ਜ਼ਰੂਰਤ ਹੈ। ਹੁਣੇ ਇੱਕ ਬੱਚੀ ਦਾ ਹੁਣੇ ਹੀ ਟੈਕਸਟ ਆਇਆ ਸੀ ਕਿ ਜਿਨ੍ਹਾਂ ਨੇ ਵੋਲੰਟੀਅਰ ਕੀਤਾ ਸੀ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਨਾਲ, ਕਿ ਉਹਨਾਂ ਦੇ ਕਿਉਂਕਿ ਜ਼ਰੂਰਤਾਂ ਹੁੰਦੀਆਂ ਕਿ ਦਿਖਾਉਣ ਲਈ ਕਿ ਤੁਸੀਂ ਕੀ ਆਪਣੇ ਕੌਮ ਨਾਲ ਵੀ ਆਪਣੇ ਸੰਗਤ ਨਾਲ ਕੁਛ ਕੰਮ ਕਰ ਰਹੇ ਕਿ ਨਹੀਂ ਕਰ ਰਹੇ। ਸੋ ਜਿਹੜਾ ਕਿ ਪਾਕਿਸਤਾਨ ਜਾ ਕੇ ਜਿਸ ਤਰ੍ਹਾਂ ਅਰੋੜਾ ਸਾਹਿਬ ਨੇ ਕਿਹਾ ਹੈ ਕਿ ਇਹ ਯੂਨੀਵਰਸਿਟੀ ਉੱਥੇ ਖੋਲ੍ਹ ਦਿੱਤੀਆਂ ਗਈਆਂ ਤੇ ਇਹ ਅਫੀਲੀਏਸ਼ਨ ਹੋਣੀ ਚਾਹੀਦੀ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ ਪ੍ਰਿਤਪਾਲ ਸਿੰਘ ਜੀ, ਜਿਹੜੇ ਕਿ ਬੜੇ ਡੈਕੇਡਸ ਤੋਂ ਇੱਥੇ ਜਿਹੜਾ ਕਿ ਆਪ ਜੀ ਨੂੰ ਪਤਾ, ਜਿਹੜਾ ਤੁਸੀਂ ਦੱਸਿਆ ਵੀ ਆ ਕਿ ਕੰਮ ਕਰਦੇ ਆ ਰਹੇ ਨੇ। ਅਰੋੜਾ ਸਾਹਿਬ ਨੇ ਵੀ ਦੱਸਿਆ ਕਿ ਹਾਂ ਜਦੋਂ ਐਸਟੈਬਲਿਸ਼ਮੈਂਟ ਗੁਰਦੁਆਰਿਆਂ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਐਸਟੈਬਲਿਸ਼ਮੈਂਟ ਉਹਦਾ ਹਿੱਸਾ ਪਾਉਂਦੇ ਰਹਿੰਦੇ ਆ ਰਹੇ ਨੇ। ਜਿਹੜੇ ਕਿ ਯੂਨੀਵਰਸਿਟੀ ਲੈਵਲ ਤੇ ਜਿਹੜਾ ਕਿ ਅਫੀਲੀਏਸ਼ਨ ਹੋ ਸਕਦੀ ਹੈ। ਆਈ ਨੋ ਕਿ ਮੈਂ ਉਹਨਾਂ ਵੱਲੋਂ ਬੋਲ ਸਕਦਾ ਹਾਂ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ 'ਚ ਸਹਾਇਤਾ ਕਰੂਗੀ, ਇੱਕ ਬੜੇ ਨਾਲ ਦੇ ਨਾਲ ਕਰੂਗੀ। ਆਪਣੇ ਪ੍ਰਧਾਨ ਸਾਹਿਬ ਜਸਵੰਤ ਸਿੰਘ ਹੋਤੀ ਜਿਹੜੇ ਕਿ ਇਸ ਵੇਲੇ ਵੀ ਜਿਹੜੇ ਕਿ ਲੀਡਰਸ਼ਿਪ ਲੈ ਰਹੇ ਨੇ ਬੱਚਿਆਂ ਦੇ ਨਾਲ ਯੂਨੀਵਰਸਿਟੀ ਦੇ ਨਾਲ, ਇਹ ਕੰਮ ਬਹੁਤ ਜ਼ਰੂਰੀ ਹੈ ਤੇ ਕਰਨਗੇ। ਸੋ ਆਪਣੇ ਸਾਰੇ ਵਿਊਅਰਸ ਜਿਹੜੇ ਦੇਖ ਰਹੇ ਨੇ ਪਲੀਜ਼ ਆਪਣੇ ਕੰਟੈਕਟਸ ਕਰੋ ਸਾਡੇ ਨਾਲ at info@sikhcaucus.org ਤੇ ਜ਼ਰੂਰ ਆਪਣੇ ਪੇਪਰ ਭੇਜੋ ਜਾਂ ਜਿਸ ਹਿਸਾਬ ਨਾਲ ਇਹ ਅਫੀਲੀਏਸ਼ਨ ਆਪਾਂ ਚਲਾ ਸਕਦੇ ਹਾਂ। ਸੋ ਹਰ ਇੱਕ ਪੱਖ ਵੱਲੋਂ ਹੀ ਜ਼ਰੂਰ ਕਰਾਂਗੇ। ਇਹ ਬਹੁਤ ਜ਼ਰੂਰਤ ਹੈ ਕਿ ਜਿਹੜੇ ਕਿ ਆਪਣਾ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਜਿਹੜਾ ਚਲਾਇਆ ਸੀ ਰਾਜ, ਉੱਥੇ ਉਸ ਤੇ ਥਾਂ ਤੇ ਵੀ ਆਪਣੇ ਕਿਲ੍ਹੇ ਨੇ ਜਿੱਦਾਂ ਤੁਸੀਂ ਦੱਸਿਆ, ਪਰ ਉਸ ਤੋਂ ਇਲਾਵਾ ਆਪਣੇ ਬਹੁਤ ਹੀ ਜ਼ਿਆਦਾ ਗੁਰੂ ਘਰ ਨੇ ਜਿੱਥੇ ਕਿ ਹਿਸਟੋਰੀਕਲ ਜਿਹੜੀ ਚੀਜ਼ਾਂ ਪੜ੍ਹੀਆਂ ਜਾਂਦੀਆਂ ਨੇ ਉਹ ਸਾਰਾ ਕੁਛ ਪਾਕਿਸਤਾਨ 'ਚ ਹੈ ਤੇ ਉਹ ਬੱਚਿਆਂ ਨੂੰ ਜਾਣਨਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਸਰਦਾਰ ਹਰਪ੍ਰੀਤ ਸਿੰਘ ਸੰਧੂ ਸਾਹਿਬ, ਸਾਈਂ ਰਜ਼ਾ ਅਲੀ ਕਾਦਰੀ ਜੀ ਅਤੇ ਸਰਦਾਰ ਰਮੇਸ਼ ਸਿੰਘ ਜੀ ਅਰੋੜਾ। ਇਹ ਅਨਐਂਡਿੰਗ ਜਿਹੜੇ ਟੌਪਿਕਸ ਨੇ, ਗੱਲਾਂ ਅੱਗੇ ਚੱਲਦੀਆਂ ਰਹਿਣਗੀਆਂ। ਮੈਂ ਜ਼ਰੂਰ ਆਪ ਜੀ ਨੂੰ ਬੇਨਤੀ ਕਰਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਬਜੈਕਟਸ ਦੇ ਉੱਤੇ ਜ਼ਰੂਰ ਗੱਲਬਾਤ ਹੋਰ ਕਰੀਏ ਅਤੇ ਇਹਨਾਂ ਉੱਤੇ ਕੰਮ ਵੀ ਕਰਨਾ ਸ਼ੁਰੂ ਕਰ ਦਈਏ ਤਾਂ ਜੋ ਅਸੀਂ ਆਪਣੇ ਨੌਜਵਾਨਾਂ ਨੂੰ, ਆਪਣੇ ਭਾਈਚਾਰੇ ਨੂੰ ਆਪਣੇ ਵਿਰਸੇ ਨਾਲ, ਮਹਾਨ ਵਿਰਸੇ ਨਾਲ ਜੋੜ ਸਕੀਏ ਅਤੇ ਆਪਣੀ ਦੋਸਤੀ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰ ਸਕੀਏ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਪ੍ਰੋਗਰਾਮ ਦਾ ਹੋ ਚੁੱਕਾ ਹੈ, ਪਰ ਮੈਂ ਦਰਸ਼ਕਾਂ ਨਾਲ ਜ਼ਰੂਰ ਇੱਕ ਵਾਅਦਾ ਕਰਦਾ ਕਿ ਜਿਹੜੀ ਇਹ ਮੁਹਿੰਮ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਸਾਈਂ ਅਲੀ ਰਜ਼ਾ ਕਾਦਰੀ ਜੀ ਦੇ ਨਾਲ, ਇਹਨਾਂ ਦੇ ਸਹਿਯੋਗ, ਇਹਨਾਂ ਦੇ ਪ੍ਰੇਰਨਾ ਸਦਕਾ ਚਲਾਈ ਗਈ ਹੈ। ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ
ਅਤੇ ਆਪਣੇ ਵਿਰਸੇ ਨੂੰ ਸੰਭਾਲਣ ਲਈ ਇਹ ਜਾਰੀ ਰਹੇਗੀ। ਅਤੇ ਮੈਂ ਧੰਨਵਾਦ ਕਰਦਾ ਸਰਦਾਰ ਹਰਪ੍ਰੀਤ ਸਿੰਘ ਸੰਧੂ ਹੋਰਾਂ ਦਾ, ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਹੋਰਾਂ ਦਾ, ਜੋ ਸਾਨੂੰ ਲਗਾਤਾਰ ਸਾਨੂੰ ਸਪੋਰਟ ਕਰ ਰਹੇ ਹਨ। ਤੇ ਜਿਵੇਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਚਿਆਂ ਲਈ ਹੋਰ ਪ੍ਰੋਗਰਾਮ, ਨੌਜਵਾਨਾਂ ਲਈ, ਸੰਗਤਾਂ ਲਈ ਹੋਰ ਪ੍ਰੋਗਰਾਮ ਜ਼ਰੂਰ ਸ਼ੁਰੂ ਕਰਾਂਗੇ। ਇਸ ਉੱਤੇ ਵਿਸਥਾਰ ਨਾਲ ਹੋਰ ਵੀ ਜੋ ਡਿਬੇਟ ਹੈ, ਗੱਲਬਾਤ ਹੈ, ਵਿਚਾਰ ਹਨ, ਜਿਵੇਂ ਅਰੋੜਾ ਸਾਹਿਬ ਨੇ ਕਿਹਾ ਵੀ ਇਸ ਮੰਚ ਉੱਤੇ ਅਸੀਂ ਉਹਨਾਂ ਯੂਨੀਵਰਸਿਟੀਆਂ ਦੇ, ਉਹਨਾਂ ਕਾਲਜਾਂ ਦੇ ਜੋ ਵਾਈਸ ਚਾਂਸਲਰ ਸਾਹਿਬ ਹਨ ਜਾਂ ਨੁਮਾਇੰਦੇ ਹਨ, ਉਹਨਾਂ ਨੂੰ ਨਾਲ ਲੈ ਕੇ ਗੱਲ ਕਰਾਂਗੇ। ਅਤੇ ਜਿਵੇਂ ਸਾਈਂ ਜੀ ਨੇ ਗੱਲ ਕੀਤੀ ਹੈ, ਇਹਨਾਂ ਨੇ ਇੱਕ ਵਾਅਦਾ ਵੀ ਮੇਰੇ ਨਾਲ ਕੀਤਾ ਕਿ ਜਿਤਨੀਆਂ ਸਾਡੀਆਂ ਯਾਦਾਂ ਜਾਂ ਜਿਤਨੀ ਵਿਰਾਸਤੀ ਸਾਡੀਆਂ ਉੱਥੇ ਯਾਦਾਂ ਹਨ, ਮੋਨੂਮੈਂਟਸ ਹਨ ਪਾਕਿਸਤਾਨ ਦੇ ਵਿੱਚ, ਅਤੇ ਉਹ ਅਸਥਾਨ ਜਿੱਥੇ ਇਕੱਲੇ ਇਸਲਾਮਿਕ ਭਾਈਚਾਰਾ ਦੇ ਲੋਕ ਜਾ ਸਕਦੇ ਹਨ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ, ਪਰ ਅੱਜ ਦੀ ਤਾਰੀਖ ਦੇ ਵਿੱਚ ਸਿਰਫ ਇਸਲਾਮਿਕ ਭਾਈਚਾਰੇ ਦੇ ਲੋਕ ਜਾ ਸਕਦੇ ਹਨ, ਉੱਥੇ ਜਾ ਕੇ ਵੀ ਉਹ ਸਾਡੀ ਵਿਰਾਸਤ ਨਾਲ, ਸਾਡੀਆਂ ਯਾਦਾਂ ਨਾਲ ਉਹ ਸੰਗਤਾਂ ਨੂੰ ਜੋੜਨਗੇ। ਤੇ ਇਸੇ ਹੀ ਉਮੀਦ ਦੇ ਨਾਲ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਆਸ ਦੇ ਨਾਲ ਅਤੇ ਇਸ ਉੱਤੇ ਅਮਲੀ ਜਾਮਾ ਪਹਿਨਾਉਣ ਦੇ ਨਾਲ ਇਸ ਦੀ ਅਰਦਾਸ ਕਰਦਾ ਹਾਂ। ਤੇ ਸਾਈਂ ਜੀ ਜਾਂਦੇ ਜਾਂਦੇ ਕੋਈ ਦੋ ਲਫ਼ਜ਼ ਸੰਗਤਾਂ ਨਾਲ ਆਪ ਜੀ ਅਗਰ ਸਾਂਝੇ ਕਰਨਾ ਚਾਹੋ ਜ਼ਰੂਰ ਕਰੋ ਜੀ। ਜੀ, ਮੈਂ ਸੰਗਤਾਂ ਨੂੰ ਇਹਨਾਂ ਲਾਜ਼ਮੀ ਦੱਸਣਾ ਚਾਹਾਂਗਾ, ਜਿਸ ਤਰ੍ਹਾਂ ਆਪਨੇ ਮੈਨੂੰ ਮੇਰਾ ਵਾਅਦਾ ਯਾਦ ਕਰਵਾਇਆ, ਜੇ ਨਸੀਬ ਨੇ ਮੌਕਾ ਦਿੱਤਾ ਔਰ ਹਾਲਾਤ ਨੇ ਸਾਥ ਦਿੱਤਾ, ਕੋਈ ਗੁਰਮੁਖ ਪਿਆਰਾ ਨਾਲ ਜੁੜਿਆ, ਤੇ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਦਾਸੀਆਂ, ਜਿਸ ਜਗ੍ਹਾ ਆਪਨੇ ਉਦਾਸੀਆਂ ਕੀਤੀਆਂ ਸਨ ਔਰ ਜਿੱਥੇ ਜਿੱਥੇ ਗੁਰਧਾਮ ਆਪ ਜੀ ਨੇ ਬਣਾਏ, ਜਿੱਥੇ ਜਿੱਥੇ ਉਦਾਸੀਆਂ ਦੇ ਮਾਮਲਾਤ ਕੀਤੇ, ਮੈਂ ਉਹਨਾਂ ਸਾਰੀ ਉਦਾਸੀਆਂ ਦੀ ਪੂਰੀ ਪੰਥ ਨੂੰ ਜਿਹੜੀ ਹੈ ਉਹ ਦਰਸ਼ਨ ਕਰਵਾਵਾਂਗਾ, ਦੀਦਾਰ ਕਰਵਾਵਾਂਗਾ। ਔਰ ਇਹਦੇ ਨਾਲ ਨਾਲ ਹੀ ਮੈਂ ਉਮੀਦ ਕਰਨਾ ਹਾਂ ਕਿ ਪੰਥ ਦੇ ਅੰਦਰੋਂ ਕੋਈ ਗੁਰਮੁਖ ਪਿਆਰਾ ਉੱਠੇਗਾ ਜਿਹੜਾ ਇਸ ਆਵਾਜ਼ ਨੂੰ ਅੱਗੇ ਲੈ ਕੇ ਚੱਲਣ 'ਚ ਮੇਰਾ ਸਾਥ ਦੇਗਾ, ਜਿਹੜਾ ਸਾਡੇ ਨਾਲ ਚੱਲ ਕੇ ਇਹਨਾਂ ਉਦਾਸੀਆਂ ਦੇ ਜਿਹੜਾ ਟੌਪਿਕ ਹੈ ਔਰ ਗੁਰੂ ਜੀ ਮਹਾਰਾਜ ਦਾ ਜਿਹੜਾ ਪਾਕਿਸਤਾਨ ਦੇ ਅੰਦਰ ਵਿਰਸਾ ਮੌਜੂਦ ਹੈ, ਇਹਨੂੰ ਫਕੀਰ ਦੇ ਨਾਲ ਕਵਰ ਕਰਨ 'ਚ ਸਾਥ ਦੇਗਾ। ਜਿਸ ਤਰੀਕੇ ਨਾਲ ਬੇਲੌਸ ਖਿਦਮਤ ਚੜ੍ਹਦੀ ਕਲਾ ਟਾਈਮ ਟੀਵੀ ਨੇ ਕੀਤੀ, ਮੈਂ from the core of my heart I'm really very ਧੰਨਵਾਦੀ ਹਾਂ ਆਪ ਜੀ ਦਾ ਕਿ ਆਪ ਜੀ ਨੇ ਇਹ ਸਾਰੀਆਂ ਸੇਵਾਵਾਂ ਕੀਤੀਆਂ, ਔਰ ਉਮੀਦ ਕਰਨਾ ਹਾਂ ਇਹੀ ਪਿਆਰ ਮੁਹੱਬਤ ਦਾ ਸਿਲਸਿਲਾ ਹਮੇਸ਼ਾ ਕਾਇਮ ਰਹੇਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਆਪਣੇ ਮਹਿਮਾਨਾਂ ਨੂੰ ਬੇਨਤੀ ਕਰਾਂਗਾ ਸਾਡੇ ਨਾਲ ਜੁੜਦੇ ਰਹਿਣ, ਅਸੀਂ ਵੱਖ-ਵੱਖ ਇਸ਼ੂਜ਼ ਦੇ ਉੱਤੇ ਗੱਲ ਕਰਦੇ ਰਹੀਏ ਅਤੇ ਜੋ ਕੌਮ ਦੇ ਵਿੱਚ ਅਸੀਂ ਸੇਵਾ ਰਲ ਮਿਲ ਕੇ ਕਰ ਸਕਦੇ ਹਾਂ ਅਤੇ ਸੰਸਾਰ ਭਰ ਦੇ ਵਿੱਚ ਜੋ ਆਪਸੀ ਪਿਆਰ ਅਤੇ ਮਨੁੱਖਤਾ ਦਾ ਜੋ ਸੰਦੇਸ਼ ਹੈ ਗੁਰੂ ਨਾਨਕ ਸਾਹਿਬ ਨੇ ਅਤੇ ਸਾਈਂ ਮੀਆਂ ਮੀਰ ਜੀ ਨੇ ਇੱਕ ਮਿਸਾਲ ਕਾਇਮ ਕੀਤੀ, ਉਹ ਦੇ ਸਕੀਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇੱਥੇ ਹੀ ਇਜਾਜ਼ਤ ਲਵਾਂਗਾ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਆਪ ਜੀ ਨੂੰ ਨਵੇਂ ਮੁੱਦਿਆਂ ਦੇ ਨਾਲ ਜੋੜਦੇ ਰਵਾਂਗੇ ਅਤੇ ਆਪਣੇ ਇਸ ਪਲੇਟਫਾਰਮ ਦੇ ਉੱਤੇ ਆਪ ਜੀ ਨੂੰ ਹੋਰ ਸ਼ਖਸੀਅਤਾਂ ਦੇ ਨਾਲ ਵੀ ਜੋੜਦੇ ਰਵਾਂਗੇ ਤੇ ਉਹਨਾਂ ਦਾ ਨਜ਼ਰੀਆ ਜਾਣਦੇ ਰਵਾਂਗੇ। ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ। ਇਸ ਦੇ ਨਾਲ ਦਿਓ ਹਰਪ੍ਰੀਤ ਸਿੰਘ ਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।